का खालसा वाहिगुरू जी ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਦਾ ਸੈਸ਼ਨ ਜੀ ਜਿਵੇਂ ਅਸੀਂ ਸਿਮਰ ਕਰ ਰਹੇ ਹਾਂ ਪਿਛਲੇ ਕੁਝ 5-6 ਵੀਕਸ ਤੋਂ, ਇਹ 6th ਸੈਸ਼ਨ ਹੈਗਾ ਜੀ। ਆਸਾ ਕੀ ਵਾਰ ਦੀ ਵਿਆਖਿਆ, ਵਿਚਾਰ, ਸਪਸ਼ਟੀਕਰਨ, ਡਿਟੇਲਡ ਉਹਦਾ ਮਤਲਬ ਸਾਨੂੰ ਲੈ ਕੇ ਚੱਲ ਰਹੇ ਨੇ ਵੀਰ ਅਮਰਜੀਤ ਜੀ। ਤੇ ਵੀਰ ਜੀ ਓਵਰ ਟੂ ਯੂ। ਅਸੀਂ ਅੱਜ ਦਾ ਸੈਸ਼ਨ, ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਜੀ। ਸਾਨੂੰ ਚਾਨਣ ਦਿਓ, ਰਾਹ ਵਿਖਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਦੀ ਦੂਸਰੀ ਪੌੜੀ ਨਾਨਕ ਜੀ ਉਪਾਏ ਪੜਨਾ। ਇਸ ਮਾਦ ਨਾਦ ਤੋਂ ਪਹਿਲੀ ਪੌੜੀ ਨਾਨਕ ਜੀ ਉਪਾਏ। ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਹਰਯੋਗ ਸਾਧ ਸੰਗਤ ਜੀ, ਗੁਰੂ ਚਰਨਾਂ ਵਿੱਚ ਸਿਮਰ ਸਤਕਾਰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਸ਼ੁਰੂ ਵਿੱਚ ਗੁਰੂ ਨਾਨਕ ਨੇ ਜੋ ਉਤਪਤੀ ਦਾ ਰਹੱਸ ਪ੍ਰਗਟ ਕੀਤਾ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਉਹਦੀ ਡਿਟੇਲ ਐਕਸਪਲੇਨੇਸ਼ਨ ਜਿਵੇਂ ਮੂਲ ਮੰਤਰ ਦੀ ਕਈ ਵਾਰੀ ਕੋਈ ਮਹਾਤਮਾ 10-10 ਦਿਨ ਵੀ ਨਹੀਂ ਸਮਝਾ ਸਕਦਾ, ਇਵੇਂ ਹੀ ਆਪੀ ਨੇ ਆਪ ਸਾਜਿਓ ਇਤਨਾ ਵੱਡਾ ਗ੍ਰੰਥ ਬਣ ਜਾਏਗਾ ਜੇ ਲਿਖਦਿਆਂ ਜੀਵਨ ਖਤਮ ਹੋ ਜਾਏ। ਉਹਦੇ ਵਿੱਚ ਸਾਰੀ ਸਪੇਸ ਸਾਇੰਸ ਆ ਜਾਏਗੀ, ਉੱਥੇ ਨਾਸਾ ਅਸਮਰਥ ਹੋ ਜਾਏਗਾ। ਐਟੋਮਿਕ ਐਨਰਜੀ ਦੇ ਨਿਊਕਲੀਅਸ ਵਿੱਚ ਛੁਪੀ ਹੋਈ ਜੀਵਨ ਜੋਤ ਦੀ ਸ਼ਕਤੀਆਂ ਸਾਰੀਆਂ ਘੱਟ ਨਜ਼ਰ ਆਉਣਗੀਆਂ। ਆਪੀ ਨੇ ਰਚਿਓ ਨਾਉ, ਸਾਰੀ ਗੁਰਬਾਣੀ ਸਾਇੰਸ ਨਾਮ ਦੇ ਇਰਦ ਗਿਰਦ ਘੁੰਮੀ। ਨਾਮ ਮਹਿਮਾ ਹੈ, ਨਾਮ ਵਡਿਆਈ ਹੈ, ਸਿਫਤ ਹੈ, ਕੀਰਤੀ ਹੈ, ਯਸ਼ੋਗਾਨ ਹੈ, ਸਦੀਵ ਹੈ। ਸਤਨਾਮ ਤੇਰਾ ਪਰਾਪੂਰਬਲਾ। ਪ੍ਰਕਿਰਤੀ ਦੀ ਰਚਨਾ ਤੋਂ ਪਹਿਲੇ ਵੀ ਸਤਨਾਮ ਹੈ ਤੇ ਦਿਖਦੀ ਹੋਈ ਗਿਆਨ ਇੰਦਰੀਆ ਅਤੀਤ ਬ੍ਰਹਮ ਵੀ ਹੈ। ਇਹ ਪੰਜੋਂ ਗਿਆਨ ਇੰਦਰੀਆਂ ਦੇ 9 ਦਰਵਾਜ਼ੇ ਪ੍ਰਗਟ ਨੇ, ਕਰਮ ਇੰਦਰੀਆਂ ਦੇ ਦਰਵਾਜ਼ੇ ਪ੍ਰਗਟ ਨੇ, ਮਗਰ 10ਵਾਂ ਗੁਪਤ ਰਹਾ ਹੈ। ਇੱਕ ਨਾ ਗੁਰੂ ਦੁਆਰੇ ਲਾਏ ਭਾਵਨੀ, 10ਵਾਂ ਦੁਆਰ ਦਿਖਾਇਆ। ਨਾ ਤੇ ਗਿਆਨ ਇੰਦਰੀਆਂ ਦਾ ਟੌਪਿਕ ਹੈ ਤੇ ਨਾ ਹੀ ਕਰਮ ਇੰਦਰੀਆਂ ਦਾ ਟੌਪਿਕ ਹੈ। ਗਿਆਨ ਇੰਦਰੀਆ ਤੇ ਅਕਸ਼ਰਾ ਅਤੀਤ ਬ੍ਰਹਮ, ਜਿਹੜਾ ਬ੍ਰਹਮਾ ਨਹੀਂ ਹੈ, ਜਿਹਨੂੰ ਐਨਰਜੀ ਵੀ ਨਹੀਂ ਕਹਿ ਸਕਦੇ, ਜਿਹਨੂੰ ਸ਼ਕਤੀ ਤੇ ਸ਼ਕਤੀਆਂ ਵੀ ਨਹੀਂ ਕਹਿ ਸਕਦੇ, ਉਸਨੂੰ ਨਾਮ ਹੀ ਕਹਿ ਸਕਦੇ ਹਾਂ। ਗੁਣ ਹੋਣ ਪ੍ਰਗਟ ਸ਼ਬਦ ਤੋਂ, ਉਪਦੇਸ਼ ਤੋਂ, ਰਹੱਸ ਤੋਂ, ਨੁਕਤੇ ਤੋਂ, ਦ੍ਰਿਸ਼ਟੀਕੋਣ ਤੋਂ, ਤੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ। ਬਾਬਾ ਜੀ ਹਿੰਟ ਦੇ ਰਹੇ ਨੇ ਸੰਸਾਰ ਨੂੰ ਕਿ ਉਹਨੂੰ ਆਪਣੀ ਕੁਦਰਤ ਕਾਇਨਾਤ ਬਣਾ ਕੇ ਉਹਦੇ ਵਿੱਚ ਵਿਦਿਆਮਾਨ ਹੋ ਕੇ ਕਰ ਆਸਨ ਡਿਠੋ ਚਾਓ। ਡਿਠੋ ਚਾਓ ਦਾ ਭਾਵ ਹੈ ਉਹਨਾਂ ਨੂੰ ਚਾਹ ਹੈ ਮਾਲਕ ਜੀ ਨੂੰ ਆਪਣੀਆਂ ਸਾਰੀਆਂ ਪ੍ਰਕਿਰਤੀਆਂ, ਕੁਦਰਤਾਂ, ਅਸਮਾਨ, ਜ਼ਮੀਨ, ਹਵਾ, ਗੈਬੁਲ ਸ਼ਕਤੀਆਂ ਇੱਕ ਅੱਖਾਂ ਨਾਲ ਇੱਕ ਅਗੋਚਰ, ਜਿਵੇਂ ਸ਼ਬਦ ਹੈ ਨਾ ਪਾਰ ਬ੍ਰਹਮ ਪੂਰਨ ਬ੍ਰਹਮ ਘਟ ਘਟ ਅੰਦਰ ਇੱਕ ਦਿਖਾਇਆ। ਘਟ ਦੇ ਅੰਦਰ, ਘਟ ਸਰੀਰ ਦਾ ਨਾਂ ਘੜਾ ਵੀ ਹੈ
ਤੇ ਸਮੌਲ ਪਾਰਟੀਕਲ ਦੇ ਨਾਂ ਦਾ ਵੀ ਘੜਾ ਹੈ। ਜਦੋਂ ਕਿਸੇ ਨੂੰ ਘੱਟ ਅੰਦਰ ਇੱਕ ਦਿਖਾਇਆ ਜਾਏ ਤੇ ਫਿਰ ਉਲਟਾ पैरों ते मत्था टेक दिता जाए। उल्टा खेल पिरम का पैरों ऊपर शीश बनवाया। ये गुरसिखी दी निशानी। पानी जिवें पैरां हेठ है ते धरती पैरां हेठ है ते पानी निम के चलता है। गुरसिखी की डेफिनेशन दसी गई है, धरती पैरां हेठ। उल्टा खेल पिरम दा भाई साहब गुरदास जी कह रहे ने, मेरे प्रीतम गुरु नानक दा उल्टा खेल देखो, नाल ज्ञान देना नाल निवना सिखाना। ये जेडे बेसिक प्रिंसिपल्स ने ना गुरमत दे, चुकना ते चुकाना, करदा प्रगट होनी ज्ञान नाल, प्रेम ते सेवा विच बदल जाना। सुकियां टहनियां टुट जांदियां ने ते फ्लैक्सीबल टहनियां मोल्ड हो जांदियां। ज्यों-ज्यों ज्ञान मनुख नूं एडजस्टेबल बनांदा है, सेवक भाव विच लै जांदा है, फिर उन्होंने हिंदू मुसलमान ऊंच नीच छुआछात गरीब कुछ नजर नहीं आता। तो उल्टा खेल क्यों है? ये उल्टी गंग वहाए, उल्टी गंगा वहाई गुरमत ने। एक पानी दी गंगा, एक निम के सेवा दी उल्टी गंगा। अहंकार रहत होके ज्ञान नूं ग्रहण कर। पार ब्रह्म जेड़ा पूर्ण ब्रह्म, वो घट अंदर एक दिखाया दा मतलब है हिस्टोरिकल इवेंट बनया। जदों गुरु नानक ने अपने डिसाइपल नूं, भाई लहणा जी नूं, बाबा बुड्ढा साहिब जी नूं इकल्लियां इंडिविजुअली, क्योंकि सारे ते इकट्ठे नहीं आके गुरु नानक दे फॉलोअर बन गए नाल। हाँ जी, हाँ जी। जदों गुरु नानक नूं सज्जन मिलिया ते उहदी साखी साख्यात करदी है, साक्षात्कार करदी है कि सज्जन नाल की होया। जदों भागो जी मिले ते उहदी साखी की सिक्ख्या देंदी है, दसो। भागो जी दी ते लालो जी दी साखी साख्यात कीती असी सुन के। ईमानदारी नाल बोलो, गुरपुरे की साची साखी, गुरपुरे की साची साखी, तिन पेखी जिन देखी आंखी, तिन पेखी जिन देखी आंखी। हुण शब्द ने अखां नाल दिखा के महसूस करा देण नूं कहंदे ने पेखी, अनुभव की। प्रभ जी बसे साध की रसना। गुरमुख दी रसना ते वाहिगुरु जी आप बोलते ने। जिन्हां दी रसना तो प्रभु जी बोलते ने, उन्हां दे बारे गुरु अर्जन देव जी की कहंदे ने, नानक जन का दासन दसना। गुरु अर्जन देव जी उन्हां दे सेवकां दे सेवक बन रहे ने, जिन्हां दी रसना तो वाहिगुरु जी आप बोलते। वाहिगुरु ये जेड़ा पार ब्रह्म पूर्ण ब्रह्म है, वो फोटो नहीं है, वो क्रियाक्रम नहीं है, वो रिचुअलिस्टिक कोई भी कुछ नहीं। प्यार है, करदा उत्पन्न भी हुंदा ते रब इनगिफ्टेड भी देंदा है, जीन्स विच भी देंदा है ते संगत विच भी देंदा है। वाहिगुरु वाहिगुरु ब्रह्म पूर्ण ब्रह्म घट अंदर एक दिखाया। इतिहासक भाई गुरदास जी कह रहे ने इवेंट हुंदा है जदों सतगुरु अपने डिसाइपल नूं, भावें भागो जी होण भावें लालो जी होण,
ਭਾਗੋ ਜੀ ਉਹਨਾਂ ਦੇ ਡਿਸਾਈਪਲ ਨਹੀਂ ਬਣਦੇ। ਲਾਲੋ ਜੀ ਦੇ ਘਰ ਜਾ ਕੇ ਗੁਰੂ ਆਪ ਮਿਹਰ ਕਰਕੇ ਕੋਦਰੇ ਦੀ ਰੋਟੀ ਦਾ ਪੇੜਾ ਲੈ ਜਾਂਦੇ। ਜਦੋਂ ਭਾਗੋ ਜੀ ਦੇ, ਭਾਗੋ ਜੀ ਕਿਉਂ ਕਹਿ ਰਿਹਾ ਵਾਂ ਕਿ ਭਾਗੋ ਗੁਰੂ ਨਾਨਕ ਦਾ ਸੇਵਕ ਬਣ ਕੇ ਸੰਤ ਬਣਾਉਣ ਦੀ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ ਗਈ ਸੀ। ਹਾਂਜੀ, ਸਾਰੀ ਸਾਖੀ ਨਹੀਂ ਨਾ ਲੋਕਾਂ ਨੂੰ ਪਤਾ। ਲੋਕਾਂ ਨੂੰ ਤੇ ਪਤਾ ਹੈ ਵੀ ਬਸ ਇਧਰੋਂ ਦੁੱਧ ਔਰ ਉਧਰੋਂ ਖੂਨ। ਨਹੀਂ, ਭਾਗੋ ਜੀ ਡਿੱਗ ਪਏ ਉਹਨਾਂ ਦੇ ਪੈਰਾਂ ਵਿੱਚ ਔਰ ਰੋਣ ਲੱਗ ਪਏ, ਮੈਨੂੰ ਖਿਮਾ ਕਰ ਦਿਓ। ਇਹ ਸੀ ਗੁਰੂ ਨਾਨਕ ਦੀ ਆਭਾ। ਫਿਰ ਰਾਤ, ਸਾਰੀ ਰਾਤ ਜਦੋਂ ਦੁਨੀਆ ਚਲੀ ਗਈ ਕੁੜੀਆਂ ਛੋਲੇ ਖਾ ਕੇ, ਤੇ ਭਾਗੋ ਦੇ ਘਰ ਹੀ ਸਾਰਾ ਕੁਝ ਹੋਇਆ ਨਾ। ਹਾਂਜੀ, ਭਾਗੋ ਜੀ ਦੇ ਪਰਿਵਾਰ, ਬੱਚੇ ਔਰ ਜਿਨ੍ਹਾਂ ਦੇ ਗੁਰਬਾਣੀ ਦਾ ਪ੍ਰਭਾਵ ਪਿਆ, ਕੀਰਤਨ ਹੋਇਆ। ਖਾਲੀ ਇਹ ਨਹੀਂ ਕਿ ਤੇਲ ਤੇ ਦੁੱਧ ਜਾਂ ਘਿਓ ਨਿਕਲਿਆ, ਕੀਰਤਨ ਹੋਇਆ। ਦੁਨੀਆ ਅਥਾਹ ਸ਼ਰਧਾ ਵਿੱਚ ਹੈਰਾਨ ਹੋ ਗਈ ਕਿ ਗੁਰੂ ਨਾਨਕ ਨੇ ਕਿਆ ਕਮਾਲ ਦੇ ਨਾਲ ਮਹਿਸੂਸ ਕਰਾਤਾ ਕਿ ਗਰੀਬਾਂ ਦਾ ਖੂਨ ਪੀਣ ਵਾਲਿਓ, ਤੁਹਾਡੀਆਂ ਪੂੜੀਆਂ ਦੇ ਘਿਓ ਵਿੱਚੋਂ ਵੀ ਖੂਨ ਡਿੱਗਦਾ ਪਿਆ। ਤੇ ਇਹਨਾਂ ਨੇਕ ਕਿਰਤੀ ਕਾਮਿਆਂ ਦਾ ਜੋ ਪੰਥ ਹੈ, ਗੁਰੂ ਨਾਨਕ ਦੇ ਸੇਵਕਾਂ ਦਾ, ਜਿਨ੍ਹਾਂ ਨੂੰ ਤੁਸੀਂ ਚੂਰ, ਮਰਾਸੀ, ਮੋਚੀ, ਨਾਈ, ਛਿੰਬੇ, ਸ਼ੂਦਰ ਕਹਿੰਦੇ ਹੋ, ਰਵਿਦਾਸ ਕਹਿੰਦੇ ਹੋ, ਚਮਾਰ ਕਹਿੰਦੇ ਹੋ, ਉਹਨਾਂ ਦੀ ਕਿਰਤ ਦੀ, ਦਸਾਂ ਨਹੁੰਆਂ ਦੀ ਪਸੀਨੇ ਦੀ ਕਮਾਈ ਵਿੱਚੋਂ ਆਟਾ ਜਿਹੜਾ ਕੋਦਰੇ ਦਾ ਵੀ ਹੋਵੇ ਨਾ, ਉਹਦੇ ਵਿੱਚੋਂ ਵੀ ਦੁੱਧ ਮਹਿਸੂਸ ਕਰਾ ਦਿੱਤਾ। ਵਾਹਿਗੁਰੂ ਵਾਹਿਗੁਰੂ। ਤਾਂ ਦੱਸੋ, ਉਹ ਗਿਆਨ ਇੰਦਰੀਆਂ ਦਾ ਟੌਪਿਕ ਸੀ ਜਾਂ ਉਹ ਗਿਆਨ ਇੰਦਰੀਆ ਅਤੀਤ ਦਸਮ ਦਵਾਰ ਦਾ ਟੌਪਿਕ ਸੀ ਮਹਿਸੂਸ ਕਰਾਉਣ ਦਾ? ਹਾਂਜੀ, ਗਿਆਨ ਇੰਦਰੀਆ ਅਤੀਤ ਦਸਮ ਦਵਾਰ ਦਾ। ਜਿਵੇਂ ਮੱਕੇ ਮਦੀਨੇ ਦਾ ਹੈਰਾਨ ਕਰ ਦੇਣ ਵਾਲਾ ਖੇਲ ਹੋਇਆ ਨਾ, ਬਈ ਬਾਬੇ ਮੱਕਾ ਫੇਰਿਆ, ਜ਼ਾਹਿਰ ਕਲਾ ਨਾ ਛਪੇ ਛਪਾਈ। ਇਹ ਪੰਕਤੀ ਨਾਲ ਬੋਲ। ਬਾਬੇ ਮੱਕਾ ਫੇਰਿਆ, ਜ਼ਾਹਿਰ ਕਲਾ ਨਾ ਛਪੇ ਛਪਾਈ। ਇਹ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖ ਰਹੇ ਨੇ। ਜ਼ਾਹਿਰ ਕਲਾ ਹੋਈ ਹੈ, ਜ਼ਾਹਿਰ ਕਲਾ ਹੋਈ ਹੈ ਕਿ ਅਸਮਾਨਾਂ ਦੇ ਵਿੱਚ ਗੁਰੂ ਨਾਨਕ ਲੈ ਗਏ, ਅੱਖ ਫੁਰਕ ਵਿੱਚ ਸਭ ਦਿਖਲਾਈ। ਹਾਂਜੀ, ਦਸਤਗੀਰ ਨਾਂ ਦਾ ਰਾਜਾ ਨਹੀਂ ਹੈ, ਦਸਤਗੀਰ ਫਕੀਰ ਦਾ ਨਾਂ ਬਗਦਾਦ ਵਿੱਚ। ਨਾਲ ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਜੀ। ਦਸਤਗੀਰ ਦੇ YouTube ਦੇ ਉੱਪਰ ਕਿਸੇ ਹਿੰਦੀ ਚੈਨਲ ਵਾਲੇ ਨੇ ਗੁਰੂ ਨਾਨਕ ਦੀ ਸਾਖੀ ਵਿੱਚ ਦਸਤਗੀਰ ਨੂੰ ਇੱਕ ਰਾਜਾ ਕਹਿ ਦਿੱਤਾ। ਤੇ ਭਾਈ ਸਾਹਿਬ ਗੁਰਦਾਸ ਜੀ ਨੇ ਉਹਨਾਂ ਦੀ ਇਤਿਹਾਸ ਲਿਖਿਆ ਕਿ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਬਗਦਾਦ ਦੇ ਵਿੱਚ ਕਿ ਧੰਨ ਗੁਰੂ ਨਾਨਕ, ਤੁਸੀਂ ਇਤਨੇ ਮਹਾਨ ਹੋ ਕਿ ਤੁਸੀਂ ਸਾਨੂੰ ਵੀ ਤੇ ਗਿਆਨ ਦਿਓ ਨਾ। ਦਸਤਗੀਰ ਹੋਣਾ 100 ਸਾਲ ਦਾ, 90 ਸਾਲ ਦਾ, ਤੇ ਗੁਰੂ ਨਾਨਕ ਸਾਹਿਬ ਕਿੰਨੇ ਹੋਣੇ ਨੇ? ਮੱਕੇ ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਤੇ ਗੁਰੂ ਨਾਨਕ ਸਾਹਿਬ ਜੀ 55 ਸਾਲ ਦੀ ਉਮਰ ਵਿੱਚ ਗਏ ਨੇ ਤੇ 60 ਔਰ 60.5 ਸਾਲ ਦੀ ਉਮਰ ਵਿੱਚ ਵਾਪਸ ਆਏ ਨੇ। ਨਾਲ ਬੋਲੋ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਗੁਰੂ ਨਾਨਕ। ਜਦੋਂ ਗੁਰੂ ਨਾਨਕ ਉੱਥੇ 57 ਇਅਰਸ ਦੇ, 58 ਇਅਰਸ ਦੇ ਬਗਦਾਦ ਵਿੱਚ ਦਸਤਗੀਰ ਨੂੰ ਮਿਲੇ ਨੇ, ਤੇ ਦਸਤਗੀਰ ਨੇ ਕੀ ਬੋਲਿਆ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ? ਨਾਲ ਬੋਲੋ, ਅਸਾਂ ਵੀ ਦੱਸ ਕਿਆ ਤੋਹੇ ਪਾਈ। ਅਸਾਂ ਵੀ ਦੱਸ ਕਿਆ ਤੋਹੇ ਪਾਈ। ਦਸਤਗੀਰ ਨੇ ਰਿਕੁਐਸਟ ਕੀਤੀ ਕਿ ਧੰਨ ਗੁਰੂ ਨਾਨਕ, ਸਾਨੂੰ ਮਿਹਰ ਨਾਲ ਦੱਸੋ ਤੁਹਾਨੂੰ ਕੀ ਪ੍ਰਾਪਤ ਹੋਇਆ, ਅਸੀਂ ਤੇ ਹੈਰਾਨ ਹੋ ਗਏ ਹਾਂ ਤੁਹਾਡੀ ਮਿਹਰ। ਤੇ ਅਗਲੀ ਪੰਕਤੀ ਕੀ ਹੈ? ਗੁਰੂ ਨਾਨਕ ਨੇ ਪੀਰ ਦੇ ਬੇਟੇ ਨੂੰ ਨਾਲ ਲੈ ਲਿਆ ਤੇ ਅਸਮਾਨਾਂ ਵਿੱਚ ਉੱਡ ਗਏ। ਹੁਣ ਤੁਸੀਂ ਇਹਨੂੰ ਆਰਥੋਡਾਕਸੀ ਬਣਾਉਣਾ ਤੇ ਬਣਾ ਲਓ, ਪਰ ਦਾਸ ਦੀ ਸ਼ਰਧਾ ਤੇ ਨਹੀਂ ਹੋਏਗੀ। ਨਾਲ ਬੋਲੋ, ਨਾਲ ਲਿੱਤਾ ਬੇਟਾ ਪੀਰ ਦਾ, ਨਾਲ ਲਿੱਤਾ ਬੇਟਾ ਪੀਰ ਦਾ,
आकाशां पातालां आकाश लख आकाश रख अख फुरग विच सब दिखलाई। सब दिखलाए। जे तुसी ब्रह्म ज्ञान दे दृष्टिकोण तो ते अज दी साइंस दे दृष्टिकोण नूं तुलना करोगे ते तुसी कहोगे कि साइंस ते कदी भी नहीं मन्नेगी कि पीर दे बेटे नूं गुरु नानक आसमान विच लै जान ते लखां पाताल ते लखां आकाश अख फुरक विच दिखला देन। जद अख फुरक बस ये फर्क है। जिहड़ा मन राम कसवट्टी लाया कंचन सुविन्ना। कंचन सुविन्ना दा की भाव है कि जिवें असी लोग शुद्ध सोने दे नाल मन प्रेम रतन्ना राम राजे, साडे कोल कसवट्टी है, मन राम कसवट्टी लाया। साडे कोल सोने दी वंग होवे, राम नाम दी कसवट्टी होवे ते राम नाम दी कसवट्टी अयोध्या दे किसी अवतारी पुरुष दे नाल ताल्लुक रखदी है या एवर लास्टिंग प्रिवेलिंग ट्रुथ नाल रखदी है? गुरमत दा ए राम नाम नाल बोलो मेरे मीत गुरुदेव मोको राम नाम प्रगास। मेरे मीत गुरुदेव राम नाम प्रगास। चौथे पातशाह कह रहे ने, हे मेरे गुरुदेव, मेरे मित्र, मेरे दोस्त, मैनू ओरिजिनल राम नाम समझाओ। मन राम कसवट्टी लाया, हर प्रेम बाणी मन मारिया। हरि रूपी खिड़ी हुई अवस्था, निर्मल जल, पानी नहीं, हरि रूपी निमृत निर्मल अमृत जल की है ज्ञान दा जल। हर प्रेम बाणी मन मारिया। गुरु नानक जी दी ज्ञान रूपी, शरदा रूपी, वेदना रूपी, प्रेम रूपी वाणी दे निर्मल जल ने मैनू जित लिया ते मैं खिड़ गया। हर अमृत भिन्ने लोयना मन प्रेम रतन्ना राम राज। प्रभु तुसी हरि जी मैनू निर्मल बाणी दे नाल मन सेजल हो गया, मेरी अखां विचों त्रिप त्रिप करके वैराग दे विच मेरा काम क्रोध लोभ मोह हंकार डिग पिया। मेरे चित्त नू तुसी चुरा लिया। ये हरि जी तुहाडी बाणी नाल बोलो सतनाम श्री वाहिगुरू जी। हर अमृत भिन्ने लोयना मन प्रेम रतन्ना राम राजे। राम राजे का की मतलब है? राम जी दा राज। ये सर्वत्र रमण, एवर चेंजिंग, एवर लास्टिंग, ट्रुथफुल वाहिगुरु परमेश्वर जी, तुसी तुहाडा राम, तुहाडा राज शाश्वत है। राम नू समझाने की कोशिश की जा रही है। राम नू अवतार बनाना, राम नू इतिहासक मनुख बनाना, एक आदर्शक प्रसंग नू इतिहास विच बदल देना। ते गुरु नानक ने सुलझ के जिहड़ा राम नाम औखद दिया एका लिवलाई। सारे श्री गुरु ग्रंथ साहिब विचों राम नाम दे प्रमाण चल रहे ने कि राम नाम कसवट्टी किवें है। जिन्हां ने सुनियारे दे कोल अज दी जनरेशन ने वट्टी नहीं देखी, दसो वो
आंसर दे सकते हैं कि सोने की वंग 24 कैरेट की है या 20 कैरेट की है? परमिंदर जी तुसी बोलो। मैं तुहानू सवाल कर रहा, संगत नू क्लैरिटी देने वास्ते, क्यों शब्द आया नन राम कसवटी लाइया कंचन सुविन्ना? की भाव है? ਜਿਹਦੇ ਕੋਲ ਆਤਮਕ ਗਿਆਨ ਦੀ ਰਾਮ ਨਾਮ ਦੀ ਕਸਵੱਟੀ ਜਿਹੜੀ ਗੁਰੂ ਨਾਨਕ ਫੁਲਵਾੜੀ ਕੋਲ ਤੇ ਹਰ ਇੱਕ ਕੋਲ ਹੈ, ਤੇ ਹੌਲੇ ਹੌਲੇ ਜਿਉਂ-ਜਿਉਂ ਆਪ ਜੀ ਦਾ ਸਾਰੀ ਸੰਗਤ ਦਾ ਵਿਊ ਹੋਰ ਕਲੈਰਿਟੀ ਵਿੱਚ ਜਾ ਰਿਹਾ ਹੈ ਤੇ ਰਾਮ ਦੀ ਕਸਵੱਟੀ ਸਾਡੇ ਕੋਲ ਹੱਥ ਵਿੱਚ ਆ ਰਹੀ ਹੈ ਕਿ ਜਿਹੜਾ ਗੁਰਬਾਣੀ ਨੇ ਰਾਮ ਅਵਤਾਰ ਦੀ ਜਗ੍ਹਾ ਤੇ ਟੋਟੈਲਿਟੀ ਦੇ ਵਿੱਚ ਜਿਹੜਾ ਪ੍ਰਵੇਲਿੰਗ ਅਕਾਲ ਪੁਰਖ ਪਾਰ ਬ੍ਰਹਮ ਟਰੁਥਫੁਲ ਹੈ ਜਿਹਨੂੰ ਸਮਝਾਇਆ ਹੈ, ਉਹਨੂੰ ਕੀ ਕਿਹਾ ਗਿਆ ਹੈ? ਰਾਮ ਨਾਮ ਦੀ ਕਸਵੱਟੀ। ਰਾਮ ਨਾਮ ਕਸਵੱਟੀ। ਮਨ ਨਾਮ ਕਸਵੱਟੀ ਲਾਈਆ ਕੰਚਨ ਸੋਵਿੰਨਾ, ਕਿ ਹੇ ਦੁਨੀਆ ਦੇ ਲੋਗੋ ਮੈਨੂੰ ਗੁਰੂ ਨਾਨਕ ਨੇ ਕਸਵੱਟੀ ਦਿੱਤੀ ਹੈ ਤੇ ਦੁਨੀਆ ਦੀ ਵੰਗ ਜਿਹੜੀ ਹੈ ਨਾ ਖੋਟੀ, ਖਰੇ ਖਜ਼ਾਨੇ ਪਰਖਿਆਂ ਤੇ ਖੋਟੇ ਸੁਟੀਆਂ ਨਾਲ ਬਾਰ-ਬਾਰ। ਜਦੋਂ ਸਾਡਾ ਕੋਈ ਦੋਸਤ ਖੋਟਾ ਨਿਕਲ ਪੈਂਦਾ ਹੈ, ਜਦੋਂ ਸਾਡਾ ਕੋਈ ਰਿਸ਼ਤੇਦਾਰ ਤੇ ਪੁੱਤਰ ਭੈਣ ਭਰਾ ਖੋਟਾ ਨਿਕਲ ਪੈਂਦਾ ਤੇ ਬੰਦਾ ਕਹਿੰਦਾ ਨਾ ਖੋਟੇ ਨਿਕਲ ਪਏ, ਸਿੱਕੇ ਖੋਟੇ ਨਿਕਲ ਪਏ, ਤੇ ਗੁਰੂ ਨਾਨਕ ਕਹਿੰਦੇ ਨੇ ਖੋਟੇ ਸੁਟੀਆਂ ਬਾਰ-ਬਾਰ। ਵਾਹਿਗੁਰੂ ਜੀ ਪਰਮਾਤਮਾ ਪਰਮੇਸ਼ਵਰ ਜੀ ਖਰਿਆਂ ਨੂੰ ਪਰਖਦੇ ਨੇ। ਖਰਾ ਕਿਵੇਂ ਪਰਖਿਆ ਜਾਂਦਾ ਹੈ? ਇੱਕ ਕਸਵੱਟੀ ਹੈ, ਸੋਨੇ ਦੀ ਵੰਗ ਨੂੰ ਘਸਾ ਕੇ ਦੇਖ ਲੈਂਦੇ ਨੇ ਸੁਨਿਆਰੇ ਤੇ 1 ਸਕਿੰਟ ਚ ਕਹਿ ਦਿੰਦੇ ਨੇ ਇਹ ਸ਼ੁੱਧ 24 ਕੈਰਟ ਦੀ ਵੰਗ ਹੈ। ਸਮਝ ਆਈ ਗੱਲ ਦੀ? ਹਾਂਜੀ ਹਾਂਜੀ। ਤੁਹਾਨੂੰ ਜਦੋਂ ਰਾਮ ਨਾਮ ਦਾ ਵਿਜ਼ਨ ਮਿਲ ਚੁੱਕਿਆ ਹੈ ਤੇ ਤੁਸੀਂ ਰਾਮ ਨਾਮ ਦੇ ਵਿਜ਼ਨ ਨੂੰ ਅਯੁੱਧਿਆ ਜਾਂ ਕੋਈ ਇਤਿਹਾਸ ਜਾਂ ਕੋਈ ਉਪਨਿਆਸ ਜਾਂ ਕੋਈ ਪ੍ਰਸੰਗ ਦੀ ਕਸਵੱਟੀ ਤੇ ਨਹੀਂ ਪਰਖ ਰਹੇ ਹੋ। ਤੁਸੀਂ ਜਿਹੜਾ ਗੁਰੂ ਨਾਨਕ ਨੇ ਨਾਲ ਲਿੱਤਾ ਬੇਟਾ ਪੀਰ ਦਾ, ਪਾਤਾਲਾਂ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਇਆ, ਸਭ ਦਿਖਲਾਈ। ਇਹ ਰਾਮ ਨਾਮ ਦੀ ਕਸਵੱਟੀ ਹੈ ਤੇ ਇਸ ਰਾਮ ਨਾਮ ਦੀ ਕਸਵੱਟੀ ਨੂੰ ਰਹਿਰਾਸ ਸਾਹਿਬ ਵਿੱਚ ਚੌਥੇ ਪਾਤਸ਼ਾਹ ਕੀ ਕਹਿ ਰਹੇ ਨੇ? ਮੇਰੇ ਮੀਤ ਗੁਰਦੇਵ ਮੋਗੋ ਰਾਮ ਰਹਿਰਾਸ। ਇਹ ਪੰਕਤੀ ਬੋਲ ਦਿਓ ਜੇ ਤੁਸੀਂ ਮੇਰੀ ਹੈਲਪ ਚਾਹੁੰਦੇ ਹੋ। ਜੇ 2 ਰੇਡਰਸ ਔਰ ਮੇਰੇ ਪਿਆਰੇ ਬੱਚੇ ਰਣਦੀਪ ਜੀ ਨੇ ਮੇਰੀ ਸਿਹਤ ਨੂੰ ਮੁੱਖ ਰੱਖ ਕੇ ਮੈਨੂੰ ਪ੍ਰਮੋਟ ਕੀਤਾ ਹੈ ਤੇ ਤੁਹਾਡੀ ਗੱਲ ਸੱਚ ਹੈ ਕਿ ਮੈਂ ਹੁਣ ਸਹਿਜ ਵਿੱਚ ਵੀ ਤੇ ਟੌਪਿਕ ਭਾਵੇਂ ਜਿੰਨਾ ਮਰਜ਼ੀ ਵੱਡਾ ਹੋਵੇ ਪਰ ਸਮਝ ਤੇ ਆਵੇ। ਤੁਸੀਂ ਪੰਕਤੀ ਪਿੱਛੇ ਬੋਲੋਗੇ ਤੇ ਉਹਦੇ 2 ਫਾਇਦੇ ਹੋਣ। ਇੱਕ ਦਾਸ ਨੂੰ ਤਸੱਲੀ ਹੋਏਗੀ, ਇੱਕ ਸੰਗਤ ਦੀ ਇੰਪਰੂਵਮੈਂਟ ਹੋਏਗੀ। ਤੇ ਜਿਹੜਾ ਅਗੰਮ ਹੈ, ਜਿਹੜਾ ਅਗੋਚਰ ਹੈ, ਉਹ ਗੁਰੂ ਦੇ ਸ਼ਬਦ ਉਪਦੇਸ਼ ਨਾਲ ਪਕੜਿਆ ਜਾਏਗਾ। ਨਾਲ ਬੋਲੋ ਮੇਰੇ ਮੀਤ ਗੁਰਦੇਵ ਦਾ ਸ਼ਬਦ ਬੋਲੋ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਜਦੋਂ ਤੁਸੀਂ ਗੁਰਮਤਿ ਦੇ ਧਾਰਨੀ ਇਸ ਸਤਿਗੁਰੂ ਰਾਮਦਾਸ ਜੀ ਦੀ ਬੇਨਤੀ ਨੂੰ ਸੁਣ ਕੇ ਹੈਰਾਨ ਕਰਕੇ ਦੁਨੀਆ ਨੂੰ ਸਮਝਾਓਗੇ ਕਿ ਸਾਡੇ ਗੁਰਦੇਵ ਰਾਮਦਾਸ ਜੀ ਧੰਨ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰ ਰਹੇ ਨੇ ਮੈਨੂੰ ਰਾਮ ਨਾਮ ਦਾ ਚਾਨਣਾ ਕਰੋ, ਤਾਂ ਦੱਸੋ ਉਹਨਾਂ ਨੂੰ ਰਾਮ ਨਾਮ ਦਾ ਚਾਨਣਾ ਨਹੀਂ ਸੀ ਗੁਰੂਦੇਵ ਤੋਂ? ਉਹ ਤੇ ਤੁਹਾਨੂੰ ਪ੍ਰੇਰਿਤ ਕਰ ਰਹੇ ਨੇ ਦੁਨੀਆ ਨੂੰ। ਹਾਂਜੀ। ਤੇ ਫਿਰ ਅਗਲੀ ਪੰਕਤੀ ਵਿੱਚ ਕੀ ਕਹਿ ਰਹੇ ਨੇ? ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਕਿ ਗੁਰੂ ਦੀ ਵਿਚਾਰਧਾਰਾ ਦਾ ਰਾਮ ਵੱਖਰਾ ਤੇ ਪਰੰਪਰਾਵਾਦੀਆਂ ਦਾ ਰਾਮ ਵੱਖਰਾ। ਜਦੋਂ ਤੱਕ ਇਸ ਸਿਧਾਂਤ ਤੇ ਨਹੀਂ ਖਲੋਵੋਗੇ ਤੇ ਸਟੀਕਾਂ ਜਿਹੜੇ ਬੱਚੇ ਪੜ੍ਹਨਗੇ ਉਹਨਾਂ ਦੇ ਵਿੱਚ ਕੱਚੀਆਂ ਪੱਕੀਆਂ ਮਿਕਸ ਬੁੱਧੀਆਂ ਅੱਜ ਤੇ ਹੋਰ ਬੜੇ ਆ ਗਏ ਨੇ। ਹਿੰਦੀਆਂ ਵਿੱਚ ਸਟੀਕਾਂ, ਇੰਗਲਿਸ਼ ਵਿੱਚ ਸਟੀਕਾਂ ਛਪ ਗਈਆਂ ਨੇ। ਇੱਥੇ ਦੂਜੀ ਲਾਈਨ ਵਿੱਚ ਬੋਲਿਆ ਗਿਆ ਨਹੀਂ, ਮੈਨੂੰ ਰਾਮ ਨਾਮ ਦੀ ਕਸਵੱਟੀ ਦੇ ਦੇ ਮੇਰੇ ਸਤਿਗੁਰੂ। ਮੈਂ ਰਾਮ ਨਾਮ ਦੀ ਕਸਵੱਟੀ ਤੇ ਗੁਰੂ ਗਿਆਨ ਦੇ
वंग नू चेक करके देखा। नाल बोलो वाहिगुरू। वाहिगुरु जी। मेरे मीत गुरुदेव मोको राम नाम प्रकाश, गुरमत नाम मेरा प्राण सिखाई। प्राण सिखाई, हर कीरत हमरी रहरास। रहरास। तुसी रहरास साहब दा पाठ नू रहरास समझ रहे हो कि हर कीरत हमरी रहरास का मतलब है सारी जीवन दी जेड़ी राहे रासत है, रह गई जेड़ी पूंजी है, राह दे विच रासत रसद बच्चे नू मां प्यो जदों पिंडां चों पैदल चलदा सी, कई सैकड़े मील जाना हुंदा सी, तां राह वास्ते की दिंदे सन? कुछ ना कुछ ते मां देंदी सी ना। हाँ जी। ओनू कहंदे ने राहे रासत। और राम नाम की है? राह दी पूंजी है, जीवन यात्रा की पूंजी है। मेरे मीत गुरुदेव मोको राम नाम प्रकाश, गुरमत नाम मेरा प्राण सिखाई। गुरमत दे विच जेड़ा राम नाम है ना, ਉਹਨੇ मेरा प्राणा दा साह दे विच घुलिया होया, शक्ति दा साह। हर कीरत हमरी रहरास। साडी जीवन दी रहरास की है? संतोख सिंह जी राहे रासत दा मीनिंग दस दिओ ना, मेरे मन नूं तसल्ली दे दिओ कि गुरु नानक हर कीरत हमरी रहरास क्यों कह रहे? जिस राह ते ਅਸੀਂ ਚੱਲਣਾ ਹੈ ਉਸ ਰੱਬ ਦੀ ਪ੍ਰਾਪਤੀ ਵਾਸਤੇ, ਔਰ ਜਿਹੜਾ ਸੱਚਾ ਸੱਚਾ ਗਿਆਨ ਲੈ ਕੇ ਸੱਚੇ ਮਾਰਗ ਤੇ ਚੱਲਣਾ ਹੈ, ਤੇ ਉਸ ਮਾਰਗ ਤੇ ਚੱਲਣ ਵਾਸਤੇ ਹਰੀ ਪ੍ਰਭੂ ਦੀ ਕੀਰਤੀ ਗਾਣੀ ਹੀ ਸਾਡੀ ਰਾਹੇ ਰਾਸ ਹੈ। ਇਹ ਹੁਣ ਅਸੀਂ ਕੀਰਤੀ ਕਰ ਰਹੇ ਹਾਂ, ਇਹ ਕੀਰਤਨ ਹੈ ਸਾਡਾ, ਇਹੀ ਸਾਡੀ ਰਬਾਬ ਹੈ, ਇਹੀ ਸਾਡਾ ਵਾਜਾ ਹੈ, ਇਹੀ ਸਾਡਾ ਰਿਦਮ ਹੈ, ਔਰ ਅਸੀਂ ਇਸ ਨੂੰ ਮਿਊਜ਼ਿਕ ਨਹੀਂ ਬਣਨ ਦੇਣਾ। ਰੋਜ਼ ਵਰਸ਼ਨੀ मेरे मालिक वाहिगुरु राजा राम पार ब्रह्म जी की सिफतो सलाह ही साड़ी की। ये पौड़ी जो आपने पढ़ी उहदे बारे नाल लिखना बोलना, अगम अगोचर पकड़िया गुर शब्दी, अदृष्ट अगोचर पकड़िया गुर शब्दी, अदृष्ट अगोचर पकड़िया गुर शब्दी, गुर सतगुर कै बलिहारी है। हाँ सतगुरु के बलिहार। असी हाँ अपने सतगुरु तो बलिहार के जड़ा नजर नहीं आंदा आसमाना विच पातालां विच, वो अख फुरक विच सब दिखलाई। साइंस पॉसिबल नहीं। ते गुरमत राम नाम दी ज्ञान की कह रही है, बिल्कुल अदृष्ट भी पकड़ लिया ते अगोचर भी पकड़ लिया, ज्ञान इंद्रिया अतीत भी पकड़ लिया कि मेरे गुरु नानक ने उस बगदाद दे दस्तगीर दे पीर फकीर दे पुत्र नू सब कुछ दिखा दिता। कहांगे वो ब्रह्म ज्ञान ते नाम ही ते सी। हाँ जी, हाँ जी। अज बाबा जी कह रहे ने नानक जी उपाय कै लिख नामै धर्म बहालिया। नानक जी दसो जिसने अपने आप नू साजिया और अपना नाम साजिया ते फिर स्लोली जिवें अज आर्टिकल लिखिया ना प्यारी बेटी जलंधर तो इरविंदर कौर जी ने गुरु नानक गुरबाड़ी ते कि ओ पार ब्रह्म जी जेड़े अणु रूप दे विच सैलुलर बने, नॉन लिविंग तो लिविंग बने, पढ़िया ना सारिया ने? हाँ जी, हाँ जी। मल्टी सैलुलर ऑर्गेनिज्म किन्ने कमाल दे ने, जिहदे बारे गुरु नानक कह रहे ने कि जीवन पैदा कीता ते उहदे विच न्याय प्रणाली पर लिख नामै धर्म बहालिया। धर्म बहालिया दा की मतलब है? हर जीवन दे स्मॉलेस्ट लिविंग दे विच भी इंसाफ ते धर्म भर दिता, जिम्मेवारी भर। उत्थे सच्चे ही सच निबड़े, चुन वख कढे जज माले। उस अवस्था विच सच दे ज्ञान विच सच दे नाल जीवन महसूस होया, निबड़िया। ते जेड़े नहीं सच दे ज्ञान नूं ग्रहण कर सके मनुखा जन्म विच, चुन वख कढे उन्हां चोरां यारां बेईमानां नूं बाहर कढ दिता कि रब दे हुक्म विच नहीं चल रहे, ते थां ना पाइन कूड़ियार मुंह काले दोजख चारे।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹੜੇ ਝੂਠੇ ਰੱਬ ਦੇ ਗਿਆਨ ਨੂੰ, ਸਤਸੰਗ ਨੂੰ, ਨਾਲ ਬੋਲੋ ਤਰਤ ਬਣੀ ਸਾਧ ਕੀ, ਤਰਤ ਸਾਧਕੀ ਲਸ਼ਕਰ ਬੈਠੇ ਆਏ। ਤਸਕਰ ਬੈਠੇ ਆਏ। ਬੈਠੇ ਆਏ। ਇਹ ਜੀਵਨ ਇਸ ਧਰਤੀ ਨੂੰ ਬਣਾ ਕੇ ਗੁਰਮੁਖ ਬਣਾਉਣ ਵਾਸਤੇ ਮਿਲਿਆ। ਸਾਧੂ ਉਸੇ ਗੁਰਮੁਖ ਨੂੰ ਹੀ ਕਿਹਾ ਜਾਂਦਾ। ਅਲੋਮ ਵਿਲੋਮ ਨਾਲ ਕੋਈ ਸਾਧੂ ਨਹੀਂ ਬਣਦਾ। ਗੁਰੂ ਦੇ ਗਿਆਨ ਦੇ ਨਾਮ ਅਭਿਆਸੀ ਦਾ ਨਾਮ ਸਾਧੂ। ਉੱਥੇ ਸੱਚੇ ਹੀ ਸੱਚ ਨਿਬੜੇ ਦਾ ਮਤਲਬ ਹੈ ਉਸ ਅਵਸਥਾ ਵਿੱਚ ਤੇਰੇ ਨਾਏ ਰੱਤੇ ਸੇ ਜਿਣ ਗਏ। ਜਿਣ ਜਿਹੜੇ ਨਾਮ ਦੇ ਰੰਗ ਵਿੱਚ ਗੁਰੂ ਨਾਨਕ ਦੇ ਗੁਰਮਤਿ ਵਿਦਿਆਲੇ ਵਿੱਚੋਂ ਭਾਈ ਸਾਹਿਬਾਨ ਤੋਂ, ਗੁਰਮੁਖਾਂ ਤੋਂ ਗਿਆਨ ਲੈ ਕੇ ਨਾਮ ਦੇ ਰੰਗ ਵਿੱਚ ਰੰਗੇ ਰਹੇ, ਉਹ ਜਿੱਤ ਗਏ, ਹਾਰ ਗਏ। ਸੇ ਠੱਗਣ ਵਾਲੇ ਆ ਜਿਹੜੇ ਦੁਨੀਆ ਨੂੰ ਤਸਕਰ ਬਣ ਕੇ ਆਏ ਨਾ। ਧਰਤੀ ਬਣੀ ਹੈ ਸਾਧੂ ਵਾਸਤੇ। ਇਹ ਇੱਕ ਵਿਦਿਆਲੇ ਹੈ, ਇਹ ਧਰਮਸ਼ਾਲਾ ਹੈ। ਧਰਤੀ ਧਰਮਸ਼ਾਲਾ ਹੈ ਨਾ, ਧਰਮ ਸਿੱਖਣ ਦੀ ਜਗ੍ਹਾ ਹੈ ਨਾ। ਹਾਂਜੀ ਹਾਂਜੀ। ਤੇ ਤਸ਼ਕਰ ਬੈਠੇ ਆਏ ਦਾ ਕੀ ਭਾਵ ਹੈ? ਬੇਈਮਾਨ, ਚੋਰ ਲੋਗ ਇੱਥੇ ਰਾਜਨੀਤਿਕ ਬਣ ਕੇ ਲੋਕਾਂ ਨੂੰ ਲੁੱਟ ਰਹੇ ਨੇ। ਵਾਹਿਗੁਰੂ। ਧਰਮੀ ਪੁਰਖਾਂ ਦੀ ਗੁਰੂ ਨਾਨਕ ਨੇ ਜਿੱਤ ਕੀਤੀ ਹੈ। ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ। ਲਿਖ ਨਾਮ ਹੈ ਧਰਮ ਬਹਾਲਿਆ। ਨਾਮ ਲਿਖਿਆ ਜੀਵ ਪੈਦਾ ਹੋਣ ਤੋਂ ਪਹਿਲਾਂ DNA ਦੇ ਵਿੱਚ ਉਹਦੇ ਗੁਣ ਲਿਖ ਤੇ ਸ਼ਲੋਕ ਪਹਿਲਾ। ਸ਼ਲੋਕ ਮਹੱਲਾ ਪਹਿਲਾ। ਹਾਂਜੀ। ਵਿਸਮਾਦ ਨਾਦ ਵਿਸਮਾਦ ਵੇਦ। ਬਸ ਹੁਣ ਗੁਰੂ ਨਾਨਕ ਸਾਰਾ ਜੀਵਨ ਟਰੈਵਲ ਕਰਦੇ ਰਹੇ ਨੇ ਤੇ ਪਕਸ਼ੀ ਪਰਿੰਦਿਆਂ ਦੀਆਂ ਆਵਾਜ਼ਾਂ, ਚਹਿਚਹਾਟ ਦੀਆਂ ਬਰੀਕ ਤੋਂ ਬਰੀਕ ਆਵਾਜ਼ਾਂ ਨੂੰ ਸੁਣ ਕੇ ਵਿਸਮਾਦ ਵਿੱਚ ਡੁੱਬੇ ਰਹੇ। ਉਹ ਘਰ ਦਾ ਆਵਾਜ਼ ਨਹੀਂ, ਜੰਗਲਾਂ ਦੇ ਪਕਸ਼ੀ ਪਰਿੰਦਿਆਂ ਦੀਆਂ, ਮੋਰਾਂ ਦੀਆਂ, ਕੋਇਲਾਂ ਦੀਆਂ, ਬਬੀਹਿਆਂ ਦੀਆਂ, ਜੁਗਨੂਆਂ ਦੀਆਂ, ਭਵਰਿਆਂ ਦੀਆਂ, ਹਰ ਇੱਕ ਚਹਿਚਹਾਟ ਵਿੱਚੋਂ ਗੁਰੂ ਨਾਨਕ ਕਹਿ ਰਹੇ ਨੇ ਕਿ हे ਪਰਮੇਸ਼ਵਰ, ਤੁਹਾਡੇ ਜੀਵ ਜੰਤੂਆਂ ਦੇ ਨਾਦ ਔਰ ਆਵਾਜ਼ਾਂ, ਧਵਨੀਆਂ ਸੁਣ ਸੁਣ ਕੇ ਮੈਨੂੰ ਕੰਟੈਂਟਮੈਂਟ ਹੋ ਰਹੀ ਹੈ ਕਿ ਕਿੰਨੇ ਰਿਸਪੌਂਸਿਬਲ ਨੇ ਸਾਰੇ ਤੁਹਾਡੇ ਡਰ ਦੇ ਵਿੱਚ ਗਾਇਨ ਕਰ ਰਹੇ ਨੇ। ਦੇਖੋ ਗਾਵੇਂ ਦੀ ਜਿਹੜੀ ਪੌੜੀ ਹੈ ਨਾ ਜਪਜੀ ਸਾਹਿਬ ਦੀ, ਹਾਂਜੀ, ਆਸਾ ਰਾਗ ਦੀ ਔਰ ਸੋਦਰ ਦੀ, ਉਹਨਾਂ ਸਾਰਿਆਂ ਵਿੱਚ ਸਾਰੇ ਜੀਵ ਜੰਤੂ ਹੁਕਮ ਤੇ ਰਜ਼ਾ ਵਿੱਚ ਗਾਉਂਦੇ ਹੋਏ ਦਿਖਾਏ ਗਏ ਨੇ। ਜਿਹੜਾ ਰਾਜਾ ਨਿਆਏ ਪਸੰਦ ਹੈ, ਜਿਹਦਾ ਪ੍ਰਸ਼ਾਸਨ ਬੜਾ ਡਿਸਪਲਿਨਡ ਹੈ, ਜਿਹਦੇ ਐਮਪਲੋਈਜ਼ ਔਰ ਦਰਬਾਰੀ ਬੜੇ ਤ੍ਰਿਪਤ ਨੇ, ਤਾਂ ਦੱਸੋ ਉਹਦੇ ਵਿੱਚ ਹੁਕਮ ਦੇ ਨਾਲ ਭੈ ਤੇ ਡਰ ਵੀ ਤੇ ਹੁੰਦਾ ਹੈ। ਹਾਂਜੀ। ਜਿਹੜੀ ਧੀ ਮਾਪਿਓ ਦੀ, ਜਿਹੜਾ ਪੁੱਤਰ ਮਾਪਿਓ ਦਾ ਡਿਸਪਲਿਨ ਔਰ ਭੈ ਦੇ ਵਿੱਚ ਹੁਕਮ ਵਿੱਚ ਚੱਲਦਾ ਹੈ, ਉਹੀ ਤੇ ਗੁਣਗਾਨ ਕਰਦਾ ਹੈ ਨਾ। ਹਾਂਜੀ। ਜਿਹੜਾ ਟੋਟੈਲਿਟੀ ਦੇ ਵਿੱਚ ਡਿਸਪਲਿਨਡ ਹੁਕਮ ਤੇ ਨਾਮ ਚੱਲ ਰਿਹਾ ਨਾ, ਇਹ ਭੈ ਵੀ ਹੈ। ਤਿੰਨ ਚੀਜ਼ਾਂ ਨਵੀਆਂ ਆਪ ਨੂੰ ਦ੍ਰਿੜ ਹੋਈਆਂ ਕਿ ਇੱਕੋ ਨਾਮ ਹੁਕਮ ਹੈ, ਗੁਰ ਸਤਿਗੁਰ ਦੀਆ ਬੁਝਾਏ ਜੀਓ। ਬੁਝਾਏ। ਤੁਹਾਨੂੰ ਨਾਮ ਔਰ ਹੁਕਮ ਇਕੱਠਾ ਸਮਝ ਆਇਆ। ਤੀਸਰੀ ਚੀਜ਼ ਨਵੀਂ ਕੀ ਸਮਝ ਆਈ ਕਿ ਜਿਹੜਾ ਬੱਚਾ ਧੀ ਪੁੱਤਰ ਹੁਕਮ ਤੇ ਰਜ਼ਾ ਦਾ ਗੁਣਗਾਨ ਪਿਓ ਦਾ ਕਰਦਾ ਹੈ, ਮਾਂ ਦਾ ਕਰਦਾ ਹੈ, ਬਰਾਦਰੀ ਦਾ, ਸੁਸਾਇਟੀ ਦਾ ਪੈ ਖਾਂਦਾ ਹੈ, ਗੁਰੂ ਦਾ ਰਜ਼ਾ ਖਾਂਦਾ ਹੈ, ਤਾਂ ਉਹ ਜ਼ਰੂਰ ਭਉ ਦੇ ਵਿੱਚ ਹੁੰਦਾ ਹੈ। ਵਾਹਿਗੁਰੂ। ਜਿਹੜਾ ਕਹਿੰਦੇ ਨੇ ਨਾ ਨਿਝੱਕ ਹੈ, ਮੂੰਹ ਫੱਟ ਹੈ, ਉਹ ਤੇ ਰੱਬ ਦਾ ਪਿਓ ਦਾ ਹੁਕਮ ਨਹੀਂ ਨਾ ਮੰਨਦਾ, ਡਰ ਨਹੀਂ ਨਾ ਮੰਨਦਾ। ਇੱਥੇ ਬਾਬਾ ਜੀ ਨੂੰ ਆਵਾਜ਼ਾਂ ਮਹਿਸੂਸ ਹੋ ਰਹੀਆਂ ਨੇ, ਹੈਰਾਨ ਕਰਨ ਵਾਲੀਆਂ, ਵਿਸਮੈਜਨਕ, ਵਿਸਮਾਦ ਨਾਦ, ਵਿਸਮਾਦ ਵੇਦ। ਹੁਣ ਜਿਹੜਾ ਗਿਆਨ ਅਸੀਂ ਸੁਣਿਆ, ਇਹਨੂੰ ਹੀ ਤੇ ਵੇਦ ਕਿਹਾ ਗਿਆ। ਗੁਰੂ ਨਾਨਕ ਜਿੱਥੋਂ ਲਗਭਗ 25-27 ਸਾਲ ਟਰੈਵਲ ਕਰਦੇ ਹੋਏ
पक्षियां परिंदियां कीटाणुआं जीवन दियां आवाजां और गैबुल आवाजां अंधेरियां दियां तूफानां दियां रिंगण वालियां दियां सुनते हुए कह रहे ने हे दुनिया दे लोगो मेरे राजा राम नूं देखना जे दे हुक्म विच सृष्टि चल रही है ओदियां आवाजां ते कुदरत दियां ज्ञान ते देखो किन्ने विस्माद वाले ते विस्माद जी विस्माद भेद कहते ने कितना हैरान कर देने वाला जीवन प्रणाली सिस्टम है। गंड कंडोए जुगनू सप कोयला मैमल्स नदियां दियां मच्छियां सारियां दे जीवन हैरान कर देने वाले ने जीवन जोत ने मॉडल किवें बनाए। ऑल ऑफ ए सडन सारे तैयार होए ते भेद की है वो सिस्टम्स ओदियां प्रणालियां। मगरमच्छ नूं किवें बनाया ते हैरान कर देने वाले जिवें शहद दियां मक्खियां अपने साइफन दे नाल शहद चूस लैंदियां ने। इन्हां सारे जीवन प्रणालियां दे भेद नूं नाम क्या गया ते समझ कित्थों आई है व्याख्या चों शब्द दे द्वारा। शब्द की है उपदेश ते विस्माद रूप विस्माद रंग। परमात्मा पर ब्रह्म राजा राम दी एक्सप्लेनेशन देने वास्ते बाबा जी ब्लैक बोर्ड साफ कर रहे ने काल्पनिक रब दा काले चिट्टे पत्थर वाला फोटो वाला। कहंदे ने इन्हां जीवां दे विच ते देखो ना जरा कि रूप किन्ने कमाल दे किने बनाए ने ते रंग किन्ने कमाल दे किने बनाए ने। क्यों किसी मझ दा रंग काला है ते क्यों किसी गां दा रंग चिट्टा है। हे रब मैं ते तेरी कायनात देख देख के विस्माद च गुरु नानक कहंदे ते विस्माद नागे फिरे जंत। हैरान कर देने वाली सारे जीव जंतु नंगे फिर रहे ने। एक ए मनुख ही है जिहड़ा कपड़े पा पा के भी नंगा बेशर्मी विच काम क्रोध लोभ विच। किसी जीव जंतु नूं कपड़ा नहीं पाना पै रहा ओहदे डिसिपलिन और हुक्म विच चल रहे ते विस्माद पौण विस्माद पानी। बाबा जी ने कितनी किस्म दियां पवना महसूस कराइया ने ते कितनी किस्म दियां पवना समझाइया ने। जे 10 दिन भी पवना और पानियां ते भूलीए ते पवन और पानी समझाने साडे मनुख दे बस दी गल। देखो सल्फर दे पानी हैगे ने ना गुड़गांव चले जाओ जरा अगे ते चश्मे मिल जाणगे सल्फर दे। लोकी उत्थे नहाण जांदे ने जिन्हां नूं कैल्शियम दी कमी है। खास जदों मणिकरण साहब गया ते उत्थे टीम आई हुई सी जर्मन दी ते हरि नारायण जी जेड़े बिल्कुल प्योर रावलपिंडी दे खत्री सन वो हिंदू सिख नहीं सन। उन्हां दा नाम हरि नारायण सी जी। दास ने उन्हां दे नाल पूरी गुफ्तगू की थी 1985-86 विच। सारे अंदर जाके फ्लशिस साफ करते सन लभदे नहीं सन गायब हो जाते सन। आओ भाई इतने फुर्तीले सन 11 बजे तक कथा करनी और उस तो बाद जितनी देरी अरदास होनी उन्नी देरी उन्होंने सारे फ्लशिस साफ कर देने। अगले दिन सवेरे दास ते सुखमनी नदी दे ऊपर चले गए और जगह जगह ते रेत विचों ठुस ठुस हो रही है। और जर्मन दी टीम ने पूछा कि ये जिहड़े चश्मे ने ये किस चीज दे ने ते उन्हां दी स्टडी ने किया ना ये सल्फर दे ने ना ये फास्फोरस दे ने ये बेरियम दे। वाहिगुरु दी नॉलेज है वो हैरान हो जाएंगे कि परमात्मा ने धरती दे विच जिथे जीव जंतु भी समाधि इते आवाजां भी समाधि उत्ते चश्मे कितने कमाल दे ने कि किधरे सल्फर निकल रहा है किधरे फास्फोरस दे चश्मे ने किधरे रेडियम बेरियम दे चश्मे। कमाल दियां देखो ना जदों तुसी धूप मलियान लो पवन करे सगल फनराए बुलंद ज्योति कैसी आरती होए पव खंडना तेरी आरती।
आरता, गोपाल तेरा आरता। ये नहीं कि आरती का मेल प्रोडक्ट आरता है। आरता का मतलब है ब्रह्म ज्ञान दे विच रंगिया गया, मैं आ गया, रच गया, रच मिच गया। जदों मैं धूप ते मलियान लो देखी तेरी पवन चवर करदी हुई, ते मैं तेरे आरते विच समा गया, रंग विच रंग। विस्माद अग्नि खेडे विडाणी। किन्नियां अग्नियां ने ना खेडे विडाणी। अमरीका दियां अग्नियां जंगलां वालियां नहीं, मां दे ढिड विच जठरागन अग्नि देखो ना जिहड़ी खेडे विडाणी। मेरे बच्चे नूं मां नूं तो नहीं पता मेरे ढिड विच निग है। फीमेल ह्यूमन बीइंग, सारे मैमल और सारे बर्ड्स दे विच मां आ गई कि अंडा बन रहा, उस मुर्गी नूं ते बर्ड नूं ते नहीं ना पता। उस अग्नि नूं की किया गया? जठरागन, जठर खेडे विडाणी। हे प्रभु, जदों मैं तेरियां ये अग्गां देखदा वां ना, काम दियां, तृष्णा दियां, क्रोध दियां, लोभ दियां, झुलसण वालियां, संताप दियां, घरां दी लड़ाई दियां, ये अग्गां भी विडाणी ने, हैरान कर देण वालियां ने। तू किवें सारे क्रीचर्स दा बैलेंस बनाना है? बाद की पाठ पढ़िया जी आपने? विस्माद अग्नि खेडे विडाणी। हाँ जी। विस्माद धरती विस्माद खानी। खानी दा भाव है कि वे ऑफ लाइफ कितने कमाल दे। क्रीचर्स बनदे किवें ने? रेंगदे हुए क्रीचर्स, उड़दे हुए क्रीचर्स, 84 लाख नहीं 2.5 करोड़ क्रीचर्स ते सिर्फ समुंदर विच बायोलॉजी वालियां ने लिख के उन्होंने सारी डिटेल लिख दी है। 2.5 करोड़ क्रीचर ते खाली समुंदर विच रहिंदा है। दुनिया स्पीसीज ने उन्होंने खाणियां किया। कहंदे ने हैरान कर देने वाली गल है कि तेरी धरती ही कितनी विस्मादी है, ते उहदे उपर पैदा होने वाले जीव जंतु कितने विस्मादी ने। ते सारा शब्द उपदेश ते नाम नाल ही ते गुरु नानक दुनिया नूं समझा रहे हैं। हाँ जी, हाँ जी। विस्माद साध लगे प्राणी। हे प्रभु, ये प्राणी अनेक स्वादां विच जुड़े पे ने, ये कितना बड़ा विस्माद है। विस्माद संजोग विस्माद विजोग। देखो ना, संजोग नाल तुसी ते असी हुण सारे मिले हुए हैं। साडे ते बख्शिश होई हुई है ना, सत्संग ही जुड़े हुए हैं ना। हाँ जी। वाहिगुरु ना करदे कि साडा सत्संग टूट जाए, आपस विच मिलने बंद हो जाइए। आसा दीवार रहराज साहब विच आया है ना, संजोग जपजी साहब विच आया, संजोग विजोग दोहें काज चला। जीवन दी कार्य दी धारा, कार्यशाला, लैबोरेटरी। जीवन एक कारज दी शाला है। इन्हां दोनों करके जीवन चल रहा है। संयोग विजोग दोएं कारज चला। जीवन दी कारज संयोग ते विजोग, वोटी मिली पता नहीं कित्थों आई ते जीवन बदल गया। मां दे घर बच्चा होया ते पता नहीं कित्थों चेतना आई ते किन्नियां रहमतां लुटा गई, घर दे सारे टुकड़े चुस के ले गया बच्चा। कोई बच्चा ऐसा भागा भरिया आंदा है, इहू जिहा संयोग हुंदा है। और कदी जदों सत्संग दे विच नाम दी वर्षा हो जाए, शब्द है ना, सावन आया हे सखी भैणे सावन आया, मोरी रुण झुण लाया। दसो पानी दा सावन गुरबाणी च दस्सिया या सत्संग दा सावन दस्सिया? नाम दा सत्संग। विजोग मिल विछड़िया, संजोगी मिल के विछड़न वालियां नूं विजोग। अभागे ने लोग जिहड़े सत्संगी गुरु वीर बनते ने, गुरु भैन भरा बनते ने, गुरु भाई बनते ने, हंकार विच विछड़ जाते ने। जदों असीं आपस विच एक दूजे नाल प्रॉमिस करिए ना फतेह करन वकत, हे सच्चा पातशाह तोड़ तक निभा दे, नाल बोलो हे सच्चा पातशाह तोड़ तक निभा दे।
ਇਹ ਸੱਚਾ ਜੋ ਜੀ ਘੜੀ ਨਾ ਦਿਖਾਏਂਗੇ ਗੁਰਮੁਖ ਸਾਨੂੰ ਮਨਮੁਖ ਨਜ਼ਰ ਆਣ ਲੱਗ ਪਏ। ਇਹ ਵੀ ਬੋਲੋ ਨਾ, ਇਹੋ ਜੀ ਘੜੀ ਨਾ ਦਿਖਾਣਾ ਕਿ ਗੁਰਮੁਖ ਸਾਨੂੰ ਮਨਮੁਖ ਨਜ਼ਰ ਆਣ ਲੱਗ ਜਾਏ। ਵਿਸਮਾਦ ਭੁੱਖ ਵਿਸਵਾਦ ਭੋਗ। ਕਿੰਨੀਆਂ ਭੁੱਖਾਂ ਨੇ? ਕਾਮ ਦੀ ਭੁੱਖ ਹੈਗੀ ਹੈ ਨਾ, ਲੋਭ ਦੀ ਭੁੱਖ ਹੈਗੀ ਹੈ ਨਾ, ਹਾਂਜੀ। ਹੰਕਾਰ ਨਹੀਂ ਨਾ ਪੂਰਾ ਹੁੰਦਾ ਮਨੁੱਖ ਦਾ, ਗੁੱਸਾ ਚੜਦਾ ਹੈ ਨਾ, ਕਈਆਂ ਨੂੰ ਮੋਹ ਦੀ ਭੁੱਖ ਚਮੜੀ ਰਹਿੰਦੀ ਹੈ। ਔਰ ਗੁਰੂ ਨਾਨਕ ਕਿਹੜੀ ਭੁੱਖ ਮੰਗ ਰਹੇ ਨੇ? ਸਾਚੇ ਨਾਮ ਕੀ ਲਾਗੇ ਭੁੱਖ। ਕਹਿੰਦੇ ਨੇ ਮੈਂ ਹੈਰਾਨ ਆ ਪ੍ਰਭੂ, ਤੂੰ ਪ੍ਰਕਿਰਤੀ ਬਣਾਈ ਕਿਵੇਂ? ਇੰਨੀਆਂ ਭੁੱਖਾਂ, ਇੰਨੇ ਸੰਜੋਗ, ਇੰਨੇ ਵਿਜੋਗ, ਇੰਨੀਆਂ ਪਵਨਾਂ, ਇੰਨੇ ਪਾਣੀ, ਇੰਨੇ ਜੀਵ ਜੰਤ, ਇੰਨੇ ਉਹਨਾਂ ਦੇ ਸਿਸਟਮ, ਇੰਨੇ ਉਹਨਾਂ ਦੇ ਰੂਪ ਰੰਗ। ਇਹਦੇ ਨਾਲ ਬਾਬਾ ਜੀ ਕਿਹੜੇ ਰੱਬ ਦਾ ਦ੍ਰਿਸ਼ ਦਰਸ਼ਨ ਕਰਾ ਰਹੇ ਨੇ? ਜਿਹੜਾ ਅਰੂਪ ਹੈ, ਵਾਹਿਗੁਰੂ, ਜਿਹੜਾ ਸੁੰਦਰ ਸਰੂਪ। ਵਾਹਿਗੁਰੂ ਵਿਸਮਾਦ ਸਿਫਤ ਵਿਸਮਾਦ ਸਲਾਹ। ਕਹਿੰਦੇ ਨੇ ਹੇ ਪ੍ਰਭੂ ਤੇਰੀਆਂ ਸਿਫਤਾਂ ਦੇਖ ਦੇਖ ਕੇ ਹੈਰਾਨ ਹੋਏ ਪਿਆ ਕਿ ਮਿੱਟੀ ਦੇ ਵਿੱਚ ਕਿਹੜੀ ਜਗ੍ਹਾ ਤੇ ਮਿਠਾਸ ਹੈ ਕਿ ਕਰੋੜਾਂ ਟਨ ਪੂਰਾਂ ਦੇ ਵਿੱਚੋਂ ਇੰਨਾ ਰਸ ਚੁੰਦਾ। ਕਰੋੜਾਂ ਟਨ ਰੋਜ਼ਾਨਾ ਟਰੱਕ ਭਰ ਭਰ ਕੇ ਮਿੱਟੀ ਵਿੱਚੋਂ ਟਰਾਂਸਫਾਰਮ ਹੁੰਦੇ ਨੇ ਮਾਲਟੇ, ਖਰਬੂਜੇ, ਤਰਬੂਜ, ਅੰਗੂਰ, ਅਨਾਰ। ਦੱਸੋ ਇਸ ਬ੍ਰਹਮ ਗਿਆਨ ਦੇ ਉਪਦੇਸ਼ ਦੇ ਵਿੱਚ ਟਿਕ ਜਾਣਾ ਚਾਹੀਦਾ ਕਿ ਨਹੀਂ ਟਿਕ ਜਾਣਾ? ਜੀ ਵਾਹਿਗੁਰੂ ਜੀ ਕਰੇਲੇ ਦੇ ਬੀਜ ਵਿੱਚ ਕੀ ਭਰਿਆ ਜੇ ਕਿ ਉਸੇ ਮਿੱਟੀ ਵਿੱਚੋਂ ਤੁਸੀਂ ਇੰਨਾ ਜੂਸ ਕੱਢਦੇ ਹੋ? ਵਾਹਿਗੁਰੂ ਦੀਆਂ ਕਿਰਨਾਂ ਨਾਲ ਟਰਾਂਸਫਾਰਮ ਹੁੰਦਾ ਹੈ ਜਾਂ ਖਾਲੀ ਹਵਾ ਨਾਲ ਟਰਾਂਸਫਾਰਮ ਹੁੰਦਾ ਹੈ ਜਾਂ ਮਿੱਟੀ ਦੇ ਵਿੱਚੋਂ ਖੰਡ ਬਦਲ ਜਾਂਦੀ ਹੈ? ਵਾਹਿਗੁਰੂ ਜੀ ਨਹੀਂ ਸਾਇੰਸ ਲੱਭ ਸਕਦੀ। ਦਾਸ ਨੇ ਸਰਵਾ ਕੀਤਾ ਜੀ। ਜਦੋਂ ਸੰਤਪੁਰੇ ਕਥਾ ਚੱਲ ਰਹੀ ਸੀ 2004-05 ਵਿੱਚ, ਤੇ ਮੈਂ 2-3 ਕਿਲੋ ਪਾਰਕ ਵਿੱਚੋਂ ਮਿੱਟੀ ਲਿਆ ਕੇ ਗਮਲੇ ਦੇ ਵਿੱਚ ਇੱਕ ਮਨੀ ਪਲਾਂਟ ਲਗਾ ਦਿੱਤਾ ਤੇ ਉਹਦੀ ਵੇਲ ਦਾ ਵਜ਼ਨ ਹੋ ਗਿਆ ਸ਼ਾਇਦ 50 ਕਿਲੋ। ਤੇ 2-3 ਕਿਲੋ ਮਿੱਟੀ ਦੇ ਵਿੱਚੋਂ ਨਾ ਸਮਝ ਆਈ ਕਿ ਇਹ ਪਲਾਂਟ ਮਿੱਟੀ ਵਿੱਚੋਂ ਨਿਕਲਿਆ ਹੈ ਕਿ ਸੂਰਜ ਦੀ ਕਿਰਨ ਨੇ ਇਹਨੂੰ ਵੇਟ ਦਿੱਤਾ। ਇੱਕ ਦਰਖਤ ਦੇ ਇੰਨੇ ਕੁ ਬੀਜ ਵਿੱਚ ਕਰੋੜਾਂ ਕ੍ਰੀਚਰਸ ਕੰਮ ਕਰਦੇ ਪਏ ਨੇ। ਇਹਨਾਂ ਨਿੰਮ ਦੇ ਦਰਖਤ ਵਿੱਚੋਂ ਕੁੜਿੱਤਨ ਕੈਮੀਕਲ ਪ੍ਰੋਪਰਟੀਜ਼ ਵੱਲ ਹਵਾ ਵਿੱਚ ਫੈਲ ਰਿਹਾ ਹੈ। ਤਾਂ ਦੱਸੋ ਇਹ ਵਿਸਮਾਦ ਹੈ ਕਿ ਨਹੀਂ ਹੈ? ਹਾਂਜੀ, इतना खंड, इतना नींबू खटास वाला, इतने करेले ते इतनियां निम्मा। इत्थे बाबा जी की कह रहे ने कि ये सिफतां सलाहना मंगदियां ते जदों मनुख इन्हां सिफतां विच गुम जाए उन्होंने होर कुछ नहीं रह जांदा। ना पति, ना शरीर, ना वोटी, ना बच्चे, ना धन दौलत। कहते ने हे प्रभु जिहड़ा तेरे सत्संग विचों सिफतां ग्रहण कर गया नाम दे द्वारा, शब्द दे द्वारा, तां ओनू सिर्फ सलाहना ही करनी रह जा। तां दसो जीवन यात्रा पूरी हो गई ना साध संगत? हाँ जी। अखर ते वखर विच की फर्क है? जिस वखर को मिल गया ना हुण सारियां। हाँ जी। ਇਹਨੂੰ ਕਿਵੇਂ ਦੱਸਾਂਗੇ ਸਾਨੂੰ ਕੀ ਮਿਲਿਆ? ਜਿਸ ਵੱਖਰ ਕੋ ਲੈਣ ਤੂੰ ਆਇਆ, ਸਿਫਤਾਂ ਦਾ ਵੱਖਰ ਲੈਣ ਆਇਆ। ਹਰ ਜਸ ਵੱਖਰ ਲੈ ਚਲੋ। ਵਾਹਿਗੁਰੂ ਜੀ ਦੀ ਹਰੀ ਯਸ਼ ਦਾ ਸਿਫਤਾਂ ਰੂਪੀ ਵੱਖਰ ਗੁਰੂ ਨਾਨਕ ਤੋਂ ਲੈ ਜਾਓ। ਰਾਮ ਨਾਮ ਸੰਤਨ ਘਰ ਪਾਇਆ। ਕਿਵੇਂ ਮਿਲਦਾ ਹੈ? ਤਜ ਅਭਿਮਾਨ, ਅਹੰਕਾਰ ਨੂੰ ਨੀਵਾਂ ਕਰ। ਗੁਰਮੁਖਾਂ ਦੇ ਮੁਖ ਵਿੱਚੋਂ ਅੰਮ੍ਰਿਤ ਚੋਂਦਾ ਹੋਇਆ ਗੁਰਬਾਣੀ ਦੱਸ ਰਹੀ ਹੈ। ਨਾਲ ਬੋਲੋ ਗੁਰਮੁਖ ਅੰਮ੍ਰਿਤ ਚੋਏ ਜੀਓ। ਗੁਰਮੁਖ ਅੰਮ੍ਰਿਤ ਚੋਏ ਜੀਓ। ਨਾਮ ਸ਼ਬਦ ਦਾ ਅੰਮ੍ਰਿਤ ਚੋਂਦਾ ਪਿਆ ਨਾ ਕਿ ਜਿਸ ਕੰਮ ਪਿੱਛੇ ਆਏ ਸਾਂ ਹੁਣੇ ਵਾਹਿਗੁਰੂ ਜੀ ਨੇ ਦੇ ਤੇ ਦਿੱਤਾ। ਦੱਸੋ ਉਹ ਸਰੀਰ ਰੂਪੀ ਅਮਰਜੀਤ ਹੈ ਜਾਂ ਜਿਹੜਾ ਉਹਦਾ ਮਾਲਕ ਹੈ ਉਹ ਸਭ ਨੂੰ, ਤੇ ਜਿਹੜਾ ਤੁਹਾਡੇ ਵਿੱਚ ਸੁਣ ਰਿਹਾ ਉਹ ਸਭ ਨੂੰ? ਆਪੇ ਵੇਖੇ ਸੁਣੇ ਆਪੇ ਹੀ
कुदरत मंझ मयानो, ये पंक्ति बोलो। की भाव है? कुदरत दे विचकार वसदा है, मंझ वसदा है। किवें सुनाया बाबा जी ने? विस्माद उजड़ विस्माद राह, हैरान कर देने वाला रस्ता है जीवन विच सत्संग दा, ते तेरे प्रभु जी हैरान कर देने वाले ये उजड़ राह ते जिहड़े लोग बेशर्मी दे राह ते चले हुए, इन्हां दोनां नूं देख देख के गुरु नानक कहंदे ने मैं हैरान हां कि डिफरेंस की है। क्यों कोई मां दे ढिड विचों ही कृष्ण वर्गा आंदा है ते क्यों कोई दुर्योधन वर्गा? ते विस्माद नेड़े विस्माद दूर, हे प्रभु तुसी किसी वास्ते बहुत नेड़े हो गुरु दे सत्संग विचों, ते किसी वास्ते इवें उन्हें पुछ के देखो ते वो कहंदा नहीं मैं की लेना रब तो, मैं की लेना रब तो, ओदे वास्ते ते रब बहुत दूर दी है, अगले जन्म विच देखांगे, कि पैसे कमा लैंगे। विस्माद देखे हाजरा हजूर, वही इहो जिहे गुरमुख प्यारे जीवन विच मिलदे ने जिहड़े कहंदे ने सानू ते हाजरा हजूर महसूस हो रहा है। हे प्रभु ये किन्नी विस्मादी गल है कि कईयां नूं नेड़े कईयां नूं दूर कईयां नूं हाजर हजूर महसूस हुंदा है गुरु दे ज्ञान। वेख विडान रहया विस्माद, गुरु नानक इस विडान नूं देख के हैरान हो जाते ने, किन्नी वड्डी वड्याई है। इको ही मां दे ढिड विचों 6 बच्चियां चों एक रब वाले पासे ते बाकी रंग तमाशे। नानक बुझण पूरे भाग, कहंदे ने जिहड़े इस गुरबाणी दे सत्संग विचों गुरमुखां दी संगत विच नाम दे भेद नूं बुझ जांदे ने, वो बड़े भाग वाले हुंदे ने कि इह सब ओदी बख्शिश दी गल। ते महला पहला, कुदरत दिसै कुदरत सुनिए, कुदरत भौ सुख सार। प्रकृति परा दे विच है, प्रकृति सुभाव बनी हुई है साडा, ते परा की है वो कृत जिहड़ी बहुत गहराई ते अंतरीव विचों, जिवें बीज दी गहराई विचों केड़ा अख केड़ा लेंस केड़ा माइक्रोस्कोप ये दसेगा कि काले मां दी दाल दे विचों अंदर की हो रहा है। नहीं ना किसी नूं पता कि काले मां दी दाल दे बीज नूं, पिंडी दे बीज नूं मिट्टी विच पाण तो 15 दिनां बाद उत्थे 15 दिनां की हरारत हुई कि उहदे विचों 2 पत्ते बाहर निकले, हर सीड विचों 2 पत्ते बाहर निकले, जिन्ना ऊपर गए उन्नी जड़ थले चली गई। ये कितना वड्डा विस्माद है कि बाबा जी कहंदे ने वो भागां वाले ने नानक बुझण पूरे भाग के वो जिहड़ी कुदरत रूपी रब है। बाबा जी जिन्हों फोटोआं बुत्तां मूर्तियां कबरां तो छुड़ा के सप्पां नूं तो छुड़ा के ले जा रहे ने कि उस प्रभु जी दी जिहड़ी कृत है ना वो पराभाव विच होई। तां सवाल कर रहे हां कि पराकृत दा की मतलब है? अंतरीव भाव, गहराई दे विच बहुत अंतरीव दे विच जिहड़ी पराभाव विच कृत हो रही है ओदा नाम पराकृत है। उर्दू च उहनूं कुदरत कह रहे हैं। हे प्रभु जी उस तुहाडी पराभाव दी टोटैलिटी दे हर पार्टिकल दे कृत विच, शक्ति विच, कुदरत विच मनुख जो देख रहा है वो उहदी रहमत नाल देख रहा है। कुदरत दिसै कुदरत सुनिए, उस कुदरत दी रहमत करके सुनिया जा रहा है। देखो कन इंस्ट्रूमेंट ने ते आवाज ओदी बख्शिश है, पर दोनों विचों एक तीसरी चीज होर है। वो तुहानू सवाल करदा वां कि वो की चीज है कि आवाज इधर है ते कन तुहाडे कोल ने, ते वो केड़ा माध्यम है कुदरत दा कि वो मीडिया बनया होया। हवा तरंगा, पवन और स्पेस तरंगा, तरंगा एक कितना बड़ा विस्माद है। वेल्स जिहड़ियां ने ना, वेल्स जदों बच्चा देण जांदियां ने ना
ਇੰਨੀਆਂ ਵੱਡੀਆਂ ਸਮੁੰਦਰ, ਧਰਤੀ ਨਾਲੋਂ 3 ਗੁਣਾ ਜ਼ਿਆਦਾ ਸਮੁੰਦਰੀ ਪਾਣੀ, ਹਜ਼ਾਰਾਂ ਮੀਲ ਦੂਰ ਵੇਲਸ ਦੀ ਆਵਾਜ਼ ਨੋਟ ਹੋ ਜਾਂਦੀ। ਹਜ਼ਾਰਾਂ ਮੀਲ ਮਾਧਿਅਮ ਸਮੁੰਦਰ ਦੇ ਵਿੱਚ ਪ੍ਰੈਗਨੈਂਟ ਵੇਲਸ ਜਿਸ ਜਗ੍ਹਾ ਤੇ ਜਾ ਕੇ ਡਿਲੀਵਰੀ ਦਿੰਦੀਆਂ ਨੇ, ਉਹ ਦੂਜੇ ਨੂੰ ਇਨਫੋਰਮ ਕਰਦੀਆਂ ਨੇ। ਆਸਟ੍ਰੇਲੀਆ ਵਾਲੀਆਂ ਜਦੋਂ ਅਫਰੀਕਾ ਦੇ ਵਿੱਚ ਚਲੀਆਂ ਜਾਣ ਫॉर ਐਗਜ਼ਾਮਪਲ, ਤੇ ਉਹ ਮਾਧਿਅਮ ਪਾਣੀ ਦਾ ਸਮੁੰਦਰ ਹੈ ਤੇ ਇੱਕ ਮਾਧਿਅਮ 에ਅਰ ਹੈ, ਤੇ ਜੇ ਧਰਤੀ ਦੇ ਉੱਪਰ ਆਕਸੀਜਨ ਨਾ ਹੋਵੇ, ਅਸੀਂ 300 ਕਿਲੋਮੀਟਰ ਦੂਰ ਰਾਕਟ ਵਿੱਚੋਂ ਅਰਥ ਤੋਂ ਬਾਹਰ ਚਲੇ ਜਾਈਏ, ਜਿੱਥੇ ਆਕਸੀਜਨ ਖਤਮ ਹੋ ਜਾਏ, ਜਿੱਥੇ ਆਕਸੀਜਨ ਮਾਧਿਅਮ ਨਾ ਰਹੇ, ਤਾਂ ਉੱਥੇ ਸਪੇਸ ਮਾਧਿਅਮ ਬਣ ਜਾਏ। ਤਾਂ ਮੈਂ ਆਪ ਜੀ ਨੂੰ ਸਵਾਲ ਕਰਦਾ ਵਾਂ, ਦੱਸੋ ਇਹ ਗਿਆਨ ਇੰਦਰੀਆ ਬ੍ਰਹਮ ਹੈ ਜਾਂ ਦਸਮ ਦਵਾਰ ਦਾ ਸਬਜੈਕਟ? ਦਸਮ ਦਵਾਰ ਦਾ ਸਬਜੈਕਟ ਵੀ। ਹੁਣ ਦਸਮ ਦਵਾਰ ਤੋਂ ਜਵਾਬ ਦੇਣਾ। ਅਰਥ ਪਲੈਨਟ ਦੇ ਨਾਸਾ ਦੇ ਅਨੇਕ ਸਾਇੰਟਿਸਟ ਸਾਰੇ ਵਰਲਡ ਵਿੱਚ ਅਨੇਕ ਡਾਇਰੈਕਸ਼ਨਸ ਤੋਂ ਰੇਡੀਓ ਸਿਗਨਲਸ ਕੈਚ ਕਰਦੇ ਰਹਿੰਦੇ ਨੇ। ਇੱਕ ਆਵਾਜ਼ 50 ਸਾਲ ਤੋਂ ਆ ਰਹੀ ਹੈ, ਜ਼ਿਪ 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 ਜ਼ਿਪ, ਤਾਂ ਉਹ ਕਿਹੜਾ ਮਾਧਿਅਮ ਹੈ ਜਿੱਥੇ ਬਲੈਂਕ ਸਪੇਸ ਵਿੱਚ ਆਕਸੀਜਨ ਵੀ ਨਹੀਂ, ਪਰ ਰੇਡੀਓ ਸਿਗਨਲ ਨਾਸਾ ਕੈਚ ਕਰ ਰਹੀ ਹੈ? ਸਮਝ ਆਇਆ? ਵਾਹਿਗੁਰੂ। ਪਾਣੀ ਦਾ, ਪਵਨ ਦਾ ਮਾਧਿਅਮ ਆਵਾਜ਼ ਦੇ ਨਾਲ ਟ੍ਰਾਂਸਫਾਰਮ ਤੇ ਹੁੰਦਾ ਹੈ, ਪਰ ਹੈਰਾਨਗੀ ਦੀ ਗੱਲ ਹੈ ਕਿ ਕਰੋੜਾਂ ਲਾਈਟ ਈਅਰਸ ਦੂਰ ਦੇ ਰੇਡੀਓ ਸਿਗਨਲਸ ਵੀ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਨਾ। ਵਿਸਮਾਦ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਓ ਸੁਖ ਸਾਧ। ਇਹ ਪ੍ਰਭੂ ਜੀ, ਤੁਹਾਡੀਆਂ ਹੈਰਾਨ ਕਰ ਦੇਣ ਵਾਲੀਆਂ ਕੁਦਰਤਾਂ, ਪ੍ਰਕਿਰਤੀਆਂ, ਸ਼ਕਤੀਆਂ ਦਾ ਡਰ ਬਹੁਤ ਸੁਖ ਦਿੰਦਾ ਹੈ। ਹੁਣੇ ਤੁਹਾਨੂੰ ਡਰ ਪੈ ਗਿਆ ਨਾ? ਹਾਂਜੀ, ਸੁਖ ਦਿੰਦਾ ਹੈ ਡਰ। ਜਿਹੜੇ ਧੀ ਪੁੱਤਰ ਨੂੰ ਮਾਂ ਪਿਓ ਦਾ ਡਰ ਸੁਖ ਦਿੰਦਾ ਹੈ ਨਾ। ਗੁਰੂ ਨਾਨਕ ਦੁਨੀਆ ਦੇ ਧੀਆਂ ਪੁੱਤਰਾਂ ਨੂੰ ਨਕਲੀ ਕਾਲਪਨਿਕ ਰੱਬ ਤੋਂ ਛੁਡਾ ਕੇ ਕੁਦਰਤ ਤੇ ਵਿਸਮਾਦ ਦੇ ਦੁਆਰਾ ਰੱਬ ਨਾਲ ਜੋੜ ਕਿ ਉਸ ਦਾ ਡਰ ਹੀ ਬੜਾ ਸੁਖਦਾਈ। ਤੇ ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕਹਿੰਦੇ ਨੇ ਪਤਾਲਾਂ ਦੇ ਵਿੱਚ ਵੀ ਉਸ ਦੀ ਹੈਰਾਨ ਕਰ ਦੇਣ ਵਾਲੀ ਹੋਂਦ, ਹਜ਼ੂਰੀ। ਪਤਾਲਾਂ ਵਿੱਚ ਦੇਖੋ ਨਾ, ਤੁਸੀਂ ਅਰਥ ਪਲੈਨਟ ਤੋਂ ਤੱਲੇ ਪੈਰ ਰੱਖੋ ਤੇ ਸਪੋਜ਼ ਕਰੋ ਘੁੰਮਦਾ ਹੋਇਆ ਮੰਗਲ ਤੁਹਾਡੇ ਪੈਰ ਥੱਲੇ ਆ ਜਾਏ, ਤੇ ਫਿਰ ਤੁਸੀਂ ਉਸ ਮੰਗਲ ਤੋਂ ਪੈਰ ਥੱਲੇ ਰੱਖੋ ਤੇ ਘੁੰਮਦਾ ਹੋਇਆ ਸੋਲਰ ਸਿਸਟਮ ਦਾ ਵੀਨਸ ਤੁਹਾਡੇ ਪੈਰ ਥੱਲੇ ਆ ਜਾਏ। ਤੇ ਫਿਰ ਤੁਸੀਂ ਵੀਨਸ ਤੋਂ ਉੱਪਰ ਇੱਕ ਲੱਤ ਰੱਖੋ, ਤੇ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ, ਸੱਚਾ ਟੋਵਾ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ, ਸੱਚਾ ਟੋਵਾ। ਗੁਰੂ ਨਾਨਕ ਨੇ 9 ਖੰਡ ਪ੍ਰਿਥਵੀ ਨੂੰ ਜਿੱਤਿਆ ਹੈ। ਕਿਸ ਚੀਜ਼ ਦੇ ਨਾਲ? ਇਸ ਗਿਆਨ ਦੇ, ਅਲੌਕਿਕ ਗਿਆਨ। ਇੱਕ ਪਾਸੇ ਸੁਖਮਨੀ ਸਾਹਿਬ ਵਿੱਚ ਕਹਿ ਰਹੇ ਨੇ 9 ਖੰਡ ਪ੍ਰਿਥਵੀ ਫਿਰੈ ਚਿਰਜੀਵ ਹੈ, ਮਹਾ ਉਦਾਸ ਤਪੀਸਰ ਥੀਵੈ, ਅਗਨਤ ਮਾਹੇ ਹੋਮਤ ਪੁਰਾਨ। ਤਾਂ ਇੱਕ ਪਾਸੇ 9 ਖੰਡਾਂ ਨੂੰ ਜਿੱਤਣ ਵਾਲੇ ਨੂੰ ਵੀ ਕਿਹਾ ਜਾ ਰਿਹਾ ਹੈ, ਤੇ ਇੱਕ ਪਾਸੇ ਗੁਰੂ ਨਾਨਕ ਨੇ ਨਾਮ ਦੇ ਨਾਲ 9 ਖੰਡ ਜਿੱਤ ਲਏ। ਪਾਤਾਲੀ ਆਕਾਸ਼ੀ ਕੀ ਹੈ ਕਿ ਤੁਸੀਂ ਜਿਤਨਾ ਥੱਲੇ ਚਲੇ ਜਾਓਗੇ ਅਸਮਾਨ ਵਿੱਚੋਂ ਉੱਡ ਕੇ ਰਾਕਟ ਦੀ ਤਰ੍ਹਾਂ ਗਿਆਨ ਦੇ ਧਿਆਨ ਨਾਲ, ਤੇ ਥੱਲੇ ਕੀ ਦੇਖੋਗੇ? ਕਰੋੜਾਂ ਲਾਈਟ ਈਅਰਸ ਡੀਪ ਆਕਾਸ਼ ਥੱਲੇ ਹੈ ਨਾ, ਸਾਡੀ ਧਰਤੀ ਦੇ ਥੱਲੇ। ਹਾਂਜੀ। ਤੇ ਜਿਹੜਾ ਕਰੋੜਾਂ ਲਾਈਟ ਈਅਰਸ ਉੱਪਰ ਦਾ ਆਕਾਸ਼, ਅੱਜ ਤੇ ਦੁਨੀਆ ਨੂੰ ਗਿਆਨ ਚਾਨਣਾ ਹੋ ਹੀ ਗਿਆ ਨਾਸਾ ਦੇ ਨਾਲ, ਪਰ ਉਸ ਜ਼ਮਾਨੇ ਵਿੱਚ ਤੇ ਨਹੀਂ ਸੀ ਨਾ। ਹਾਂਜੀ। ਕਹਿੰਦੇ ਨੇ ਇਹ ਸਭ ਰੱਬੀ ਮਿਹਰਾਂ ਨਾਲ, ਤੇਰੀ ਕੁਦਰਤਾਂ ਨੇ ਕਿ ਪਤਾਲਾਂ ਦੇ ਆਕਾਸ਼ਾਂ ਦੇ ਵਿੱਚ ਤੇਰੀਆਂ
प्रिवेलिंग सिस्टम्स ने एग्जिस्टेंस ते विस्माद पैदा कर रहे हैं कि रब इहो जिहा किन्ना कमाल दा है जिहड़ा गुप्त रूप विच वरत रहा है। एक शब्द है ना, गुप्तों वर्त है, गुरु शब्द की देख निहारी जी। नाल बोलो, देख निहारी जी। गुप्तों वर्त है नहीं, गुप्तों केड़ा गुप्तों वर्त है? जल थल मैयल गुप्तों वर्त है। नाल बोलो, जल थल मैयल गुप्तों वर्त है। गुप्तों वर्त है गुरु शब्दी देख निहारी जी। गुरु शब्दी देख निहारी जी। मैं गुरु दे शब्द रूपी दृष्टिकोण दे उस व्यू पॉइंट तो देख के हैरान हो गई कि जल दे विच वाहिगुरु जी वरत रहे ने, थल दे विच वाहिगुरु जी वरत रहे ने, गुप्त वरत रहे ने, वो वाला रब दिखाना चाह रहे ने गुरु नानक। हुणे राम ते पहुंच जाणगे ते कुदरत वेद पुराण कतेबां कहंदे ने बाबा जी कि वेदां विच पुराणां विच कतेबां विच कुदरत दा ही विचार शोभनीय है। जे कुदरत ना हुंदी ते कोई ऋषि ना बनदा, कोई संत ना बनदा। ये तेरी प्रकृति दे विच किन्नी रहमत है कि तू आपे ही संत बना रहा है ते आपे ही अपने तो मनुक्कर बना रहा है। ते कुदरत खाना पीना पहनन कुदरत सब प्यार, ये सारा प्यार जिहड़ा मिल रहा है वो तेरी रहमत रूपी कुदरत करके है। खाना ते पीना साडा सुभाव बनिया, तू सानू पता नहीं किस एंगल तो किसी नू की स्वाद दिता है, किसी नू की स्वाद दिता। कुदरत खाली प्रकृति या नेचर नू नहीं किया गया, नेचर स्वभाव नू किया गया है कि हर जीव जंतु दे संयोग दे थ्रू तू उहदे सुभाव बदले हुए। कितना बड़ा विस्माद है। आओ उस राजा राम दी प्रकृतियां दे दर्शन करिए। कुदरत जाति जिनसी रंगी कुदरत जहान। नहीं, तुसी अद्धी लाइन पढ़ो जी, मेरा सुभाव है ना, मैं अद्धी लाइन तो अगे नहीं जानते। कुदरत जाति जिनसी रंगी। ये दुनिया दे लोगों, आओ परमेश्वर पार ब्रह्म जी दी एग्जिस्टेंस होंद जिहड़ी फोटो रहत ने उन्हां दे कुदरत दे द्वारा जानना करिए कि उहदियां जातां किन्नियां ने, जीव जंतुआं दी जिनसां किन्नियां ने, कि तेरी कुदरत दी प्रिवेलिंग ट्रुथ जिहड़ा जातां जीव जंतुआं दे विच जात में जोत जोत में जाता जिन्हां ने तैनू जोत करके जान लिया। अकल कला भरपूर, कला रहत वाहिगुरु जी कला युक्त नजर आंदे हो। अकल दा की मतलब है? अकल या कला रहत? कला रहत। ਇਹਦੀ एक्सप्लेनेशन तुसी जेड़े पुरानियां सत्संगां विच जनकपुरी और तिलक नगर दे गुरुद्वारियां विच किन्नियां डिटेल विच अकल नू सुनिया होया है वो ते समझ गए। पर जिन्हां नू अकल दा एक टॉपिक है पूरा 1 घंटे का मिनिमम, अकल कला भरपूर रहा। हे प्रभु तुसी कला युक्त होके कला रहत, कला युक्त भी ते कला रहत भी। अकल है कला रहत ते कला युक्त की है भरपूर रहा। गुरु ज्ञान समझा दे। इत्थे बाबा जी किवें कह रहे ने कि रंगा कुदरत जाति जिनसी रंगी कुदरत जी जहान, सारा जीवन जहान दा कुदरत दी वजह करके, रहमत ते बख्शिश दी वजह करके जातां ते जिनसां विच विस्माद पैदा कर रहा है। ये वाला रब जानना करो गुरु दे ज्ञान नाल। ते कुदरत नेकियां कुदरत बदियां। हाँ जी, कुदरत मान अभिमान। ये नेकियां ते बदियां सब पिछों प्रीडेस्टीन्ड साडे विच भरियां पईयां ने। सानू किसी नू नेकी नजर आ रही है ते किसी नू बदी नजर आ रही है। सब कुदरत दी रहमत है। किसी दियां अखां ते केड़ा चश्मा है ते किसी दियां अखां ते केड़ा। कुदरत नेकियां कुदरत बदियां कुदरत मान अभिमान। ये अभिमान ते मान विच कदी अभिमानी नू पूछो, कदी बनेगा नहीं मैं अभिमानी हां। तैसा मान तैसा अभिमान, तैसा रंग तैसा राजान, जो वर्ताए साई नानक ओ पुरख कहिए जीवन हो।
नानक जी पुरख नूं जीवन मुक्त कहंदे ने कि जेड़ा इस गल विच गुरु तो ज्ञान लैके टिक जाए कि जो वरता रहा ठीक वरता रहा। जेड़ा घर वाला मिलना सी मिल गया, हुण दोबारा दुनिया च कोई कुड़ी नहीं सोचेगी कि वो गलत मिलिया जाए। वाहिगुरू वाहिगुरू दी कितनी वड्डी कुदरत है कि भावें वेश्वा होवे उन्हों एक बारी घर वाला ते मिल जाए, फिर वो भुल जाएगी सारी दुनिया। ਉਹਦੇ ਵਾਸਤੇ ਉਹੀ ਰਾਜਾ ਰਾਮ। ਕੋਈ ਕਿੰਨਾ ਵੀ ਬੈਡ ਕਰੈਕਟਰ ਹੋਵੇ, ਉਹਨੂੰ ਇੱਕ ਵਾਰੀ ਵੋਟੀ ਮਿਲ ਤੇ ਜਾਏ, ਉਹ ਵਾਹਿਗੁਰੂ ਜੀ ਦੀ ਕੁਦਰਤ ਦੇ ਦੁਆਰਾ ਕਹੇਗਾ ਮੇਰੇ ਵਾਸਤੇ ਇਹੀ ਦੇਵੀ ਹੈ। ਤਾਂ ਦੱਸੋ ਇਹ ਗੁਣ ਸਾਰੇ ਕ੍ਰੀਚਰਸ ਵਿੱਚ ਵਾਹਿਗੁਰੂ ਜੀ ਨੇ ਭਰ ਦਿੱਤੇ ਨੇ ਕਿ ਕਿੰਨੀ ਵੱਡੀ ਕੁਦਰਤ ਦੀ ਮਿਹਰ ਹੈ। ਫਿਰ ਬੁੱਢੀ ਕਹੇਗੀ ਨਹੀਂ ਇਸ ਵਰਗਾ ਮੈਂ ਦੇਖਿਆ ਨਹੀਂ ਦੁਨੀਆ, ਜਵਾਨ ਨੂੰ ਕਹੇਗੀ ਇਸ ਵਰਗਾ ਮੈਂ ਦੇਵਤਾ ਨਹੀਂ ਦੇਖਿਆ। ਉਸ ਕੁਦਰਤ ਦਾ ਜ਼ਿਕਰ ਕਰ ਰਹੇ ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ। ਇਹ ਦੁਨੀਆ ਦੇ ਲੋਕੋ ਧਰਤੀ ਦੀ ਜਿਹੜੀ ਖਾਕ ਹੈ ਨਾ, ਖਾਕ ਡਸਟ, ਇਹ ਇੰਨੀ ਕਮਾਲ ਦੀ ਕੁਦਰਤ ਹੈ ਕਿ ਇਹਦੇ ਚੋਂ ਕਰੋੜਾਂ ਟਨ ਬਨਸਪਤੀ ਵਿੱਚੋਂ ਘਿਓ ਪਿਆ ਨਿਕਲਦਾ। ਬਨਸਪਤੀ ਕੀ ਹੈ ਕਿ ਸਾਰੇ ਜੀਵ ਜੰਤੂ ਜਿਹੜੇ ਵੀ ਹਰੇ ਪੱਤੇ ਖਾਂਦੇ ਨੇ, ਘਾਹ ਦੇ, ਦਰਖਤਾਂ ਦੇ, ਉਹ ਡਸਟ ਵਿੱਚੋਂ ਹੀ ਤੇ ਟਰਾਂਸਫਾਰਮ ਹੋਏ ਨੇ ਨਾ। ਇਹ ਉਸ ਕੁਦਰਤ ਦਾ ਬਾਬਾ ਜੀ ਕ੍ਰਿਸ਼ਮਾ ਦਿਖਾ ਰਹੇ ਨੇ ਕਿ ਸਾਡਾ ਰੱਬ ਦੇਖੋ, ਸਾਡਾ ਰੱਬੀ ਨਿਜ਼ਾਮ ਦੇਖੋ ਕਿ ਕਰੋੜਾਂ ਟਨ ਰੋਜ਼ਾਨਾ ਗ੍ਰੀਨਰੀ ਖਾਣ ਵਾਲੇ ਜੀਵ ਜੰਤੂ ਦੁੱਧ ਦਿੰਦੇ ਨੇ ਤੇ ਸਰਬ ਦੁੱਧ ਮੈਂ ਕੀਆ। घट घट माधव जी आ कहते ने आओ घट घट दे विच बसण वाला माधव दिखाइए। सगल बनस्पत में बैसंतर, सगल दूध में किया। जिवें सारी बनस्पति विच अग छुपी हुई है, बनी ते पानी ते है ना जी। बाबा जी कहने समझा रहे ने कि कुदरत दी हैरान कर देने वाली मेहर देखो कि खाक जिहड़ी है ना ਉਹਦੇ ਵਿੱਚੋਂ ਨੂਰ ਝਿਲਮਿਲਾ ਰਿਹਾ। ਕੁਦਰਤ ਪੌਣ ਪਾਣੀ ਬੈਸੰਤਰ ਕਹਿੰਦੇ ਨੇ, ਜਿਵੇਂ ਪਵਨਾ ਕੁਦਰਤ ਦੇ ਨੈਚੁਰਲ ਸਾਈਕਲ ਵਿੱਚ ਸਾਹ ਦਿੰਦੀਆਂ ਨੇ, ਪਿਉਰੀਫਿਕੇਸ਼ਨ ਕਰਦੀਆਂ ਨੇ, ਪਾਣੀ ਪਿਆਸ ਬੁਝਾਉਂਦਾ ਹੈ, ਮਿਨਰਲ ਵਾਟਰ ਮਿਲਦਾ ਹੈ ਨਦੀਆਂ ਵਿੱਚ, ਤੇ ਬੈਸੰਤਰ ਵੀ ਤੇ ਵੀ ਕੁਦਰਤ ਦੇ ਨਿਜ਼ਾਮ ਤੇ ਸਿਸਟਮ ਵਿੱਚ ਹੀ ਚੱਲ ਰਹੀ ਹੈ ਨਾ ਬਾਬਾ ਜੀ। ਰੱਬ ਦੀ ਕੁਦਰਤ ਦੇ ਦੁਆਰਾ ਰੱਬ ਦਿਖਾ ਰਹੇ। ਵਾਹਿਗੁਰੂ ਵਾਹਿਗੁਰੂ। ਇੱਕ ਪਾਸੇ ਤੁਸੀਂ ਦੇਖਿਆ ਕਿ ਕਰੋੜਾਂ ਟਨ ਖਜੂਰ ਤੇ ਕਰੋੜਾਂ ਟਨ ਜੂਸਿਸ ਦੇ ਰਹੀ ਹੈ ਕੁਦਰਤ ਦੀ ਹੋਂਦ ਕਰਕੇ। ਵਾਹਿਗੁਰੂ ਜੀ ਨੇ ਨਾਮ ਤੇ ਕੁਦਰਤ ਨੂੰ ਇੱਕੋ ਹੀ ਮੰਨਿਆ। ਅੱਜ ਤੁਸੀਂ ਤਿੰਨ ਚੀਜ਼ਾਂ ਨਵੀਆਂ ਸਮਝੀਆਂ ਨਾ, ਇਹਦੇ ਤੇ ਆਰਟੀਕਲ ਲਿਖੋਗੇ ਕਿ ਕੁਦਰਤ ਰੱਬ ਦੀ ਉਹ ਮਿਹਰ ਬਖਸ਼ਿਸ਼ ਹੈ ਜਿਹਦੇ ਵਿੱਚ ਉਹਦੇ ਨਾਮ ਦੀ ਹੋਂਦ ਹੈ ਤੇ ਸ਼ਬਦ ਤੋਂ ਸਮਝ ਆਉਂਦੀ ਹੈ। ਤੇ ਜਿਹਨੂੰ ਨਾਮ ਸਮਝ ਆ ਜਾਂਦਾ ਹੈ ਉਹਦੇ ਹੋਂਦ ਤੇ ਡਰ ਤੇ ਭਉ ਵਿੱਚ ਨਿਰਮਲ ਭਉ ਪਾਇਆ। ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਜਦੋਂ ਤੁਸੀਂ ਰਾਮ ਨੂੰ ਹਜ਼ੂਰ ਦੇਖ ਲਿਆ ਨਾ ਕਿ ਕੁਦਰਤ ਦੇ ਮਿਹਰ ਕਰਕੇ ਧਰਤੀ ਦੇ ਵਿੱਚੋਂ ਲਾਲ ਮਿਰਚਾਂ ਵੀ ਉਗਦੀਆਂ ਤੇ ਰਾਜਸਥਾਨ ਹੋਰ ਕੋਈ ਵਿਟਾਮਿਨ ਨਹੀਂ ਖਾਂਦਾ, ਸਾਰਾ ਰਾਜਸਥਾਨ ਲਾਲ ਮਿਰਚ ਵਿੱਚੋਂ ਹੀ ਸਾਰੇ ਪ੍ਰੋਟੀਨ ਲੈ ਲੈਂਦਾ। ਬੋਲੋ ਨਾ ਧੰਨ ਗੁਰੂ ਨਾਨਕ। ਵਾਹਿਗੁਰੂ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਰੇਗਿਸਤਾਨ ਦੇ ਬਾਜਰੇ ਦੇ ਵਿੱਚੋਂ ਇਤਨੀ ਵੱਡੀ ਸ਼ਕਤੀ, ਰੇਤ ਦੇ ਕਣ ਬਾਜਰਾ ਬਣ ਜਾਂਦੇ ਨੇ। ਨਾਲ ਬੋਲੋ ਖਾਕ ਨੂਰ ਕਰਦਨ, ਖਾਕ ਨੂਰ ਕਰਦਨ, ਆਲਮ ਦੁਨੀਆਏ। ਜਦੋਂ ਖਾਕ ਵਿੱਚੋਂ ਨੂਰ ਨਜ਼ਰ ਆਇਆ, ਧਰਤੀ ਦੇ ਵਿੱਚੋਂ ਸ਼ੂਗਰ ਨਿਕਲਣੀ, ਫਰੂਟਸ ਨਿਕਲਨੇ, ਬਾਜਰਾ ਨਿਕਲਣਾ, ਦੁੱਧ ਨਿਕਲਣਾ, ਘਿਓ ਨਿਕਲਣਾ, ਇਹ ਕਿੰਨਾ ਵੱਡਾ ਵਿਸਮਾਦ ਹੈ ਨਾਮ ਦੇ ਗਿਆਨ ਦਾ। ਤੇ ਦੂਜੇ ਪੈਸੇ ਕਹਿੰਦੇ ਨੇ ਕਿ ਸਾਰੀ ਦੁਨੀਆ ਦਾ ਨੂਰ ਜਿਹੜਾ ਧਰਤੀ ਵਿੱਚ ਝਿਲਮਿਲਾ ਰਿਹਾ ਨਾ, ਰੇਤ ਦੇ ਕਣਾਂ ਵਿੱਚ ਚਾਂਦੀ ਦੇ ਕਣ ਨਜ਼ਰ ਆ ਰਹੇ ਨੇ, ਰੇਤ ਦੇ ਕਣਾਂ ਵਿੱਚ ਸੋਨੇ ਦੇ ਕਣ ਨਜ਼ਰ ਆ ਰਹੇ। ਕਹਿੰਦੇ ਨੇ ਕਿੰਨਾ ਵੱਡਾ ਵਿਸਮਾਦ ਹੈ।
सब तेरी कुदरत तू कादर करता। हे करता, हे रचनहार, हे स्वामी, हे पार ब्रह्म परमेश्वर, सारी कुदरत तुहाडी है ते तुहानू असी कुदरत दे शीशे विचों दुनिया नू दिखाना चाहते, ज्ञान दे द्वारा, नाम दे। सब तेरी कुदरत तू कादर करता। कादर का की मतलब है? समस्त प्रकृतियां शक्तियां दा रचनहार, चलानहार। हे करता जी, अगे बोलो। पाकी नाई पाक, पाक तो भी पाक है तुहाडी, पाकी नाई। सिफतो सलाह रूपी कुदरत नाई है। नाई की है? बढ़ियाई। नेचर साड़ी नाई है, सिफतों वाली है। ये वाला रब समझना करो। पाकी नाई पाक, सब तेरी कुदरत तू कादर करता कि तेरे नाम दे ज्ञान दे नाल सारी कायनात दे विच तेरी सिफतो सलाह जिहड़ी झिलमिला रही है वो पवित्र तो भी पवित्र। ते नानक हुक्मे अंदर वेखे वरते ताको ताक। नानक जी कह रहे ने कि वो हुक्म दे विच वर्त रहा है, हुक्म दे विच वर्त रहा है। सारे प्रकृति दे नेचर दे सारे गुणा विच, वनस्पतियां विच, हवावां विच, पानियां विच, जीव जंतुआं विच वो प्रवाहित है, वो प्रवाहित है, वो एवरलास्टिंग है, वो एवर चेंजिंग है, वो ट्रांसफॉर्मेशन है। वो जिहदी होंद नाल सारी प्रकृति बचपन तो जवानी, जवानी तो बुढ़ापा बनती है, दुख तो सुख बनती रहती है, वो पाक तो भी पाक है। सब तेरी कुदरत तू कादर करता, पाकी नाई पाक। अगली पंक्ति फिर बोलो। नानक हुक्मे अंदर वेखे वरते ताको ताक। नानक जी कहते ने साडा रब गुरमत वाला देख लो। गुरमत नाम मेरा प्राण सिखाई, हर कीरत अमरी रह रहा। साडा रब देख लो, साडे गुरमत वाला राम नाम देख लो। केड़ा देख लो? नानक जी कहते ने जिहड़ा हुक्म विच वरत रहा है, अंदर साडे अंदर ते बाहर, सो अंतर बाहर अनंत, घट घट व्याप रहा भगवान। उसी अंतर नू निरंतर किया। जिहड़ा अंतर है ना उसनू गुरु नानक ने निरंतर भी कह दिता है। निरंतर, रेगुलर। अंतर ते निरंतर विच की भेद दस्या ने कि कोई उन्होंने ऑब्जेक्ट ना मान लेना कि वह नाभि कमल विच ते हिरदे कमल विच छुप के बैठा होया सनातनियां की तरह। निरंतर है। दसो नवी चीज पता लगी ना? नाल बोलो सतगुरु नानक जी, धन गुरु नानक। धन गुरु नानक, धन गुरु नानक, नानक जी, धन गुरु नानक जी। आत्म ते परात्म दे ऊपर आज आर्टिकल रविंदर ने लिखिया, पर गुरु नानक तो 10वें पातशाह जदों ओही जोत अनात्म कह देंदी है ना, ते फिर बंदा हैरान हो जाता है कि आत्म नू जदों परात्म किया गया है ते फिर उन्होंने अनात्म क्यों किया गया है? कि किधरे गलती नाल सनातनी मत वाले ऑब्जेक्ट रूपी आत्मा नू जिहड़ा मर के जमदा है ते ढिड विचों दूजे च चला जाता है, उस आत्म परमात्मा नू नहीं असी जानते। असी अनात्म इस करके कह रहे हैं आत्मा परात्मा एको करे। इवें ही इत्थे अंतर ते निरंतर दे भेद नू कहंदे ने। जिहड़ा हुक्म विच वरत रहा है ते वेखै ताको ताक दा की भाव है? जिहड़ा हर हरकत विच, सिस्टम विच, प्रिवेलिंग विच, जीव जंतु विच आप वेखदा है ताको ताक कि किधरे गलती ना हो जाए। डिसिप्लिन विचों कोई पानी, हवा, जीव जंतु, धरतियां उहदे हुक्म विचों बाहर नहीं निकल सकदियां। उहदा डाढा हुक्म है। इन्हां शब्दां नाल धन्नवाद। वाहिगुरू जी का खालसा, वाहिगुरू जी की फतेह।